ਗੁਰ ਅਮਰਦਾਸ ਹਿਰਦੈ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਚੌਪਈ ਨਿਕਟ ਹਕਾਰ ਬੂਜੀਏ ਤਾਈ ਦਿਓ ਬਾਦਲਾ ਕਿਸ ਕਰ ਮਾਈ। ਸੁਨਤ ਪ੍ਰਭੂ ਕੈ ਕੋਪ ਬਿਸਾਲਾ ਕਰਿਓ ਆਨਿਓ ਤਤਕਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰ ਰਹੇ ਸਾਹਿਬੇ ਕਮਾਲ, ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ, ਸਰਬੰਸ ਦਾਨੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਗਰੀਬ ਨਵਾਜ ਜੀ ਨੇ ਆਪਣੇ ਪੰਥ ਨੂੰ, ਆਪਣੇ ਸਿੰਘਾਂ ਨੂੰ, ਖਾਲਸੇ ਨੂੰ ਰਹਿਤ ਬਹਿਤ ਦ੍ਰਿੜ ਕਰਾਈ। ਦੱਸਿਆ ਕਿ ਖਾਲਸਾ ਹਿੰਦੂਆਂ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਹੈ।
ਖਾਲਸੇ ਦੀ ਰੀਤ, ਖਾਲਸੇ ਦੀ ਮਰਿਆਦਾ ਇਹਨਾਂ ਦੋਨਾਂ ਤੋਂ ਵੱਖਰਾ ਹੈ। ਦਇਆਨੰਦ ਸੁਆਮੀ ਜੀ ਦੇ ਚਰਨਾਂ ਵਿੱਚ ਬੰਗਾਲ ਤੋਂ ਇੱਕ ਸਿੱਖ ਚੱਲ ਕੇ ਆਇਆ ਹੈ। ਇਹਦੇ ਨਾਲ ਬੰਗਾਲ ਦੀ ਕੁਝ ਸੰਗਤ ਹੈ। ਬਾਦਲੇ ਦਾ ਇੱਕ ਬੜਾ ਕੀਮਤੀ ਥਾਨ ਚਮਕਦਾਰ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕੀਤਾ ਹੈ। ਸਿੱਖਾਂ ਨੇ ਪੁੱਛਿਆ, ਬੜਾ ਕੀਮਤੀ ਕੱਪੜਾ ਜਾਪਦਾ ਹੈ, ਇੱਦਾਂ ਦਾ ਕੱਪੜਾ ਇਹ ਥਾਨ ਗੁਰੂ ਚਰਨਾਂ 'ਚ ਕਦੇ ਪਹਿਲਾਂ ਨਹੀਂ ਆਇਆ। ਕਹਿਣ ਲੱਗਾ, ਨਹੀਂ, ਬਿਲਕੁਲ ਇਸੇ ਤਰ੍ਹਾਂ ਦਾ ਇੱਕ ਜਨਾਨਾ ਥਾਨ ਮੈਂ ਪਹਿਲਾਂ ਭੇਜਿਆ ਸੀ ਮਾਤਾ ਜੀ ਵਾਸਤੇ, ਤੇ ਆਹ ਜਿਹੜਾ ਮਰਦਾਨਾ ਥਾਨ ਹੈ ਹੁਣ ਮੈਂ ਆਪ ਲੈ ਕੇ ਆਇਆ ਕਲਗੀਧਰ ਜੀ ਲਈ। ਪੁੱਛਿਆ, ਪਹਿਲਾ ਥਾਨ ਕਿਸ ਦੇ ਹੱਥ ਭੇਜਿਆ ਸੀ? ਕਹਿਣ ਲੱਗਾ, ਜੀ ਸਾਡੇ ਇਲਾਕੇ ਦਾ ਪਹਿਲਾ ਮਸੰਦ ਸੀ ਭਾਈ ਬੁਲਾਕੀ ਦਾਸ। ਭਾਈ ਬੁਲਾਕੀ ਦਾਸ ਜੀ ਸੱਚਖੰਡ ਗਮਨ ਕਰ ਗਏ। ਉਹਨਾਂ ਦੀ ਥਾਂ ਤੇ ਇਸ ਵੇਲੇ ਚਈਆ ਤੇ ਮਈਆ ਦੋ ਭਰਾ ਮਸੰਦ ਨੇ। ਮੈਂ ਉਹ ਥਾਨ ਉਹਨਾਂ ਦੇ ਹੱਥ ਵਿੱਚ ਦੇ ਕੇ ਆਨੰਦਪੁਰ ਸਾਹਿਬ ਗੁਰੂ ਚਰਨਾਂ 'ਚ ਭੇਟ ਕਰਨ ਲਈ ਭੇਜਿਆ ਸੀ। ਖਜ਼ਾਨਚੀ ਨੇ ਦੱਸਿਆ, ਮਹਾਰਾਜ ਖਜ਼ਾਨੇ 'ਚ ਕੋਈ ਇੱਦਾਂ ਦਾ ਥਾਨ ਪਹਿਲਾਂ ਨਹੀਂ ਆਇਆ। ਜਾਣੀ ਜਾਣ ਸਤਿਗੁਰੂ ਜਾਣਦੇ ਸਨ ਕਿ ਚਈਏ ਮਈਏ ਦੋਨਾਂ ਮਸੰਦਾਂ ਦੀ ਇਹ ਖੋਟੀ ਬਿਰਤੀ ਹੈ। ਜਿਹੜੇ ਗੁਰੂ ਘਰ ਦਾ ਬਹੁਤ ਸਾਰਾ ਧਨ, ਕੀਮਤੀ ਵਸਤੂਆਂ ਰਸਤੇ ਵਿੱਚ ਹੀ ਆਪਣੇ ਘਰ ਵਿੱਚ ਚੁਰਾ ਕੇ ਰੱਖ ਲੈਂਦੇ, ਗੁਰੂ ਘਰ ਤੱਕ ਨਹੀਂ ਪਹੁੰਚਣ ਦਿੰਦੇ। ਸੇਵਾਦਾਰ ਨੇ ਉਸ ਬੰਗਾਲ ਤੋਂ ਆਏ ਸਿੱਖ ਨੇ ਬੇਨਤੀ ਕੀਤੀ ਹੈ, ਮਹਾਰਾਜ ਉਹਨਾਂ ਦੋਨਾਂ ਮਸੰਦਾਂ ਨੂੰ ਸੱਦ ਕੇ ਆਪ ਜੀ ਉਹਨਾਂ ਕੋਲੋਂ ਪੁੱਛੋ। ਆਓ, ਜਿਵੇਂ ਚਈਆ ਤੇ ਮਈਆ ਇਹਨਾਂ ਦੋਨਾਂ ਮਸੰਦਾਂ ਦੀ ਖੋਟ ਸਤਿਗੁਰਾਂ ਨੇ ਪ੍ਰਗਟ ਕੀਤੀ ਹੈ ਔਰ ਇਹਨਾਂ ਦੀ ਕਰਨੀ ਦਾ ਫਲ ਉਹ ਵੀ ਇਹਨਾਂ ਨੂੰ ਦਿੱਤਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਕੋਈ ਕਰਨੀ ਕਰਦਾ ਹੈ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਉਹਨੂੰ ਫਲ ਭੁਗਤਣਾ ਪੈਂਦਾ ਹੈ। ਕੁਦਰਤ ਨੇ, ਕਾਦਰ ਨੇ ਤਿਨਾਂ ਨੂੰ ਉਸੇ ਤਰ੍ਹਾਂ ਦਾ ਹੀ ਫਲ ਦੇਣਾ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਵਸਾਈਏ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਵੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਖੁਦ ਆਪ ਆਪਣੇ ਹੱਥੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਆਪ ਲੱਗ ਕੇ ਨਾਲ ਸਤਿਗੁਰਾਂ ਦੇ ਅਕਾਲ ਤਖਤ ਸਾਹਿਬ ਦਾ ਥੜਾ ਉਸਾਰਿਆ ਔਰ ਗੁਰੂ ਸਿੱਖਾਂ ਵਿੱਚ ਭਗਤੀ ਔਰ ਸ਼ਕਤੀ, ਮੀਰੀ ਔਰ ਪੀਰੀ, ਧਰਮ ਔਰ ਨੀਤੀ, ਇਹ ਦੋਵੇਂ ਸਿਧਾਂਤ ਮਹਾਰਾਜ ਜੀ ਨੇ ਦ੍ਰਿੜ ਕਰਾਏ ਹਨ। ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਆਓ ਕਲਗੀਧਰ ਜੀ ਦੇ ਚਰਨਾਂ ਵਿੱਚ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ,
ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਬਰਨ ਘਰਕ ਜਾਤੇ, ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ, ਕਥਾ ਭੇਦਨ ਪੁਰਾਨ ਕੀ। ਸ਼੍ਰੀ ਜਿਹੜੀਆਂ ਲਵਾਓ, ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਿਕਟ ਹਕਾਰ ਬੂਝੀਏ ਤਾਈ। ਬੰਗਾਲ ਤੋਂ ਆਏ ਹੋਏ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਜੀ ਉਹ ਜੋ ਪਹਿਲਾ ਬਾਦਲੇ ਦਾ ਜਨਾਨਾ ਥਾਨ ਮੈਂ ਭੇਜਿਆ ਸੀ, ਉਹ ਚਈਆ ਮਈਆ ਦੋਨਾਂ ਭਰਾਵਾਂ ਮਸੰਦਾਂ ਦੇ ਹੱਥ ਭੇਜਿਆ ਸੀ। ਆਪ ਜੀ ਉਹਨਾਂ ਨੂੰ ਆਪਣੀ ਹਜ਼ੂਰੀ 'ਚ ਬੁਲਾਓ, ਬੁਲਾ ਕੇ ਉਹਨਾਂ ਪਾਸੋਂ ਪੁੱਛੋ, ਦਿਓ ਬਾਦਲਾ ਕਿਸ ਕਰ ਮਾਈ। ਕਿ ਉਹਨਾਂ ਨੇ ਉਹ ਬਾਦਲੇ ਦਾ ਪਹਿਲਾ ਥਾਨ ਕਿਹਦੇ ਹੱਥ 'ਚ ਦਿੱਤਾ ਹੈ, ਕਿਹਨੂੰ ਲਿਆ ਕੇ ਭੇਟ ਕੀਤਾ, ਕਿਉਂਕਿ ਖਜ਼ਾਨਚੀ ਕਹਿੰਦਾ ਖਜ਼ਾਨੇ ਵਿੱਚ ਨਹੀਂ ਹੈ। ਤੇ ਫਿਰ ਉਹਨਾਂ ਨੇ ਉਹ ਥਾਨ ਲਿਆ ਕੇ ਕਿਸ ਨੂੰ ਦਿੱਤਾ ਹੈ। ਸੁਨਤ ਪ੍ਰਭੂ ਕੈ ਕੋਪ ਵਿਸਾਲਾ। ਸੁਣ ਕੇ ਕਲਗੀਧਰ ਜੀ ਮਸੰਦਾਂ ਦੀ ਇਸ ਖੋਟ ਨੂੰ ਵੀਰ ਰਸ ਵਿੱਚ ਆਏ ਮਹਾਰਾਜ ਜੀ ਬੋਲੇ, ਕਰਿਓ ਹੁਕਮ ਆਨਿਓ ਤਤਕਾਲਾ। ਹੁਕਮ ਕੀਤਾ ਕਿ ਜਾਓ ਚਈਆ ਮਈਆ ਦੋਨਾਂ ਮਸੰਦਾਂ ਨੂੰ ਸਾਡੇ ਕੋਲ ਸੱਦ ਕੇ ਬੁਲਾ ਕੇ ਲੈ ਕੇ ਆਓ। ਗਇਓ ਸੋ ਪਟ ਬੈਠੇ ਜੈ ਪਾਇਓ। ਮਹਾਰਾਜ ਜੀ ਦਾ ਹੁਕਮ ਸਤਿਗੁਰੂ ਜੀ ਦੇ ਇੱਕ ਸੂਰਮੇ ਸਿੱਖ ਨੇ ਸੁਣਿਆ, ਨਾਲ ਕੁਝ ਕੁ ਹੋਰ ਸੂਰਮੇ ਲਏ ਨੇ, ਸਿਪਾਹੀ ਲਏ ਨੇ, ਔਰ ਮਹਾਰਾਜ ਜੀ ਦੇ ਕੋਲੋਂ ਚੱਲ ਕੇ ਗਿਆ ਸਤਿਗੁਰਾਂ ਦੀ ਆਗਿਆ ਲੈ ਕੇ। ਆਨ ਸਭਾ ਮੈਂ ਸੋ ਠਹਿਰਾਇਓ। ਦੋਨਾਂ ਮਸੰਦਾਂ ਨੂੰ ਫੜ ਕੇ ਲਿਆਇਆ। ਉਸ ਸਿਪਾਹੀ ਗਿਆ ਜਦੋਂ, ਲਿਆ ਕੇ ਉਹਨਾਂ ਦੋਨਾਂ ਮਸੰਦਾਂ ਨੂੰ ਚਈਆ ਤੇ ਮਈਆ ਨੂੰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲਿਆ ਕੇ ਪੇਸ਼ ਕੀਤਾ, ਹਾਜ਼ਰ ਕੀਤਾ। ਬੂਝਿਓ ਕਹਾਂ ਥਾਨ ਤੈ ਆਨਾ। ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਕਰਕੇ ਇਹਨਾਂ ਦੋਨਾਂ ਮਸੰਦਾਂ ਨੂੰ ਪੁੱਛਿਆ, ਹਾਂ ਜੀ ਚਈਆ ਮਈਆ ਜੀ ਦੱਸੋ, ਜਿਹੜਾ ਉਹ ਬਾਦਲੇ ਦਾ ਥਾਨ ਇਸ ਗੁਰਸਿੱਖ ਨੇ ਦਿੱਤਾ ਸੀ, ਭੇਟ ਕੀਤਾ ਸੀ, ਉਹ ਕਿੱਥੇ ਹੈ? ਉਹ ਥਾਨ ਤੁਸੀਂ ਕਿੱਥੇ ਲਿਆ ਕੇ ਅਰਪਣ ਕੀਤਾ ਹੈ? ਤਿਸ ਛਿਨ ਇੱਕ ਸਿੱਖ ਊਚ ਬਖਾਨਾ। ਚਈਆ ਮਈਆ ਤੇ ਹਾਲੇ ਨਹੀਂ ਸੀ ਬੋਲੇ, ਕਿਉਂਕਿ ਸ਼ਰਮ ਨਾਲ ਨੇਤਰ ਝੁਕੇ ਹੋਏ ਸੀ। ਕੀ ਜਵਾਬ ਦੇਣ? ਇਹਨਾਂ ਦੇ ਬੋਲਣ ਤੋਂ ਪਹਿਲਾਂ ਉੱਥੇ ਇੱਕ ਸਿੱਖ ਬੈਠਾ ਸੀ ਗੁਰੂ ਦਰਬਾਰ ਵਿੱਚ। ਉਹ ਉੱਚੀ ਆਵਾਜ਼ ਵਿੱਚ ਬੋਲਿਆ, ਸ਼ਾਦੀ ਭਰਦਿਆਂ ਕਹਿਣ ਲੱਗਾ, ਮਹਾਰਾਜ ਇੱਕ ਦਿਨ ਮੈਂ ਦੇਖਾ। ਕਹਿਣ ਲੱਗਾ, ਸਤਿਗੁਰੂ ਜੀ ਮੈਂ ਦੱਸਦਾ ਵੀ ਉਹ ਥਾਨ ਕਿੱਥੇ ਹੈ। ਮਹਾਰਾਜ ਇੱਕ ਦਿਨ ਮੈਂ ਇਹੋ ਜਿਹਾ ਬਾਦਲੇ ਦਾ ਥਾਨ ਦਾ ਬਣਿਆ ਕੱਪੜਾ ਵੇਖਿਆ, ਇਸ ਕੀ ਤ੍ਰਿਆ ਵਿਸ਼ੇਖਾ। ਮਹਾਰਾਜ ਇਹ ਜਿਹੜੇ ਦੋਵੇਂ ਮਸੰਦ ਨੇ ਚਈਆ ਮਈਆ, ਇਹਨਾਂ ਦੀਆਂ ਘਰ ਵਾਲੀਆਂ ਨੇ ਉਸ ਬਾਦਲੇ ਦੇ ਬਣੇ ਹੋਏ ਕੱਪੜੇ ਆਪਣੇ ਸਰੀਰ ਤੇ ਪਾਏ ਹੋਏ ਸਨ, ਕਿਉਂਕਿ ਜਨਾਨਾ ਥਾਨ ਸੀ। ਉਹਦੇ ਜਿਹੜੇ ਬਣੇ ਹੋਏ ਕੱਪੜੇ ਸਨ ਮਹਾਰਾਜ, ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਚਈਆ ਮਈਆ ਮਸੰਦਾਂ ਦੀਆਂ, ਉਹਨਾਂ ਨੇ ਉਹਨਾਂ ਦੇ ਬਣਾ ਕੇ ਕੱਪੜੇ ਆਪਣੇ ਸਰੀਰ ਤੇ ਪਾਏ ਹੋਏ ਸੀ। ਮੈਂ ਆਪ ਖੁਦ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ। ਚਲੀ ਜਾਤ ਕੈ ਵਿਆਹ ਸਮਾਜਾ। ਮਹਾਰਾਜ ਉਹ ਕਿਸੇ ਵਿਆਹ ਤੇ ਟੁਰੀਆਂ ਜਾਂਦੀਆਂ ਸੀ, ਕਿਸੇ ਵਿਆਹ ਦੇ ਉੱਤੇ ਉਹ ਜਾ ਰਹੀਆਂ ਸਨ, ਤਾਂ ਉਹਨਾਂ ਨੇ ਉਹ ਵਸਤਰ ਆਪਣੇ ਸਰੀਰ ਤੇ ਵਿਆਹ ਤੇ ਜਾਣ ਲਈ ਪਾਏ ਹੋਏ ਸੀ। ਅਦਭੁਤ ਦੁਤੀ ਬੋ ਧਨ ਤੇ ਸਾਜਾ। ਮਹਾਰਾਜ ਉਹ ਵਸਤਰਾਂ ਦੀ ਅਦਭੁਤ ਦੁਤੀ ਸੀ, ਉਹਨਾਂ ਦੀ ਬੜੀ ਰੋਸ਼ਨੀ ਸੀ। ਜਿਵੇਂ ਆਹ ਥਾਨ ਪਿਆ ਚਮਕਦਾ ਹੈ, ਮਹਾਰਾਜ ਇਹਦੇ ਨਾਲੋਂ ਵੀ ਜ਼ਿਆਦਾ ਚਮਕਦਾਰ ਸੀ। ਉਹਦੇ ਵਿੱਚ ਜ਼ਰੀ ਬਾਦਲੇ ਦਾ ਕੰਮ ਹੋਇਆ ਬੜਾ ਕੀਮਤੀ ਥਾਨ ਸੀ ਸਤਿਗੁਰੂ ਜੀ। ਉਸ ਤੇ ਲੱਗਦਾ ਸੀ ਵੀ ਬਹੁਤ ਸਾਰਾ ਪੈਸਾ ਧਨ ਖਰਚਿਆ ਹੋਇਆ ਹੈ। ਨੈ ਬੋਲਿਓ ਚਈਆ ਧਰ ਮੌਨ। ਜਦੋਂ ਲਾਗਿਓਂ ਸਿੱਖ ਨੇ ਦੱਸਿਆ ਨਾ, ਚਈਆ ਨਹੀਂ ਬੋਲਿਆ ਕੋਲੋਂ। ਉਹਨੂੰ ਪਤਾ ਲੱਗ ਗਿਆ ਵੀ ਮੇਰਾ ਪਾਪ ਉਗੜ ਗਿਆ,
ਆ ਲਾਗੇ ਸਿੱਖ ਨੇ ਵੀ ਦੱਸ ਦਿੱਤਾ, ਗਵਾਹੀ ਦੇ ਦਿੱਤੀ ਹੈ ਵੀ ਮੇਰੇ ਕੋਲ ਹੀ ਹੈ, ਮੇਰੀ ਘਰ ਵਾਲੀ ਨੇ ਉਹਦੇ ਕੱਪੜੇ ਬਣਾ ਕੇ ਪਾਏ ਹੋਏ ਨੇ। ਤੋ ਚਈਆ ਉਸ ਵੇਲੇ ਬੋਲਿਆ ਨਹੀਂ, ਬਿਲਕੁਲ ਚੁੱਪ ਖਲੋਤਾ ਰਿਹਾ। ਪਟੇ ਸੁਪਟ ਤਬ ਤਿਸ ਕੇ ਭੌਨ। ਮਹਾਰਾਜ ਜੀ ਨੇ ਹੁਕਮ ਕੀਤਾ, ਜਾਓ ਇਹਨਾਂ ਦੇ ਘਰ ਦੇ ਵਿੱਚੋਂ ਉਹ ਕੱਪੜੇ ਜਿਹੜੇ ਬਣੇ ਹੋਏ ਨੇ ਸਥਾਨ ਦੇ, ਉਹ ਲੈ ਕੇ ਆਓ, ਲੱਭ ਕੇ ਲਿਆਓ। ਖੋਜਿਓ ਭਲੇ ਨਿਕਾਸਿਓ ਸੋਏ। ਸੇਵਾਦਾਰ ਗਏ ਚਈਏ ਮਈਏ ਮਸੰਦਾਂ ਦੇ ਘਰ ਜਾ ਕੇ ਉਹਨਾਂ ਕੱਪੜਿਆਂ ਦੀ ਖੋਜ ਕੀਤੀ ਤੇ ਲੱਭ ਗਏ, ਕਿਉਂਕਿ ਇਹੋ ਜਿਹੇ ਕੀਮਤੀ ਕੱਪੜੇ ਕਿਹੜਾ ਬਾਦਲੇ ਦਾ ਇੱਕੋ ਹੀ ਥਾਨ ਸੀ ਉੱਥੇ ਪੂਰੇ ਆਨੰਦਪੁਰ ਸਾਹਿਬ 'ਚ ਆਇਆ ਹੋਇਆ। ਤਾਂ ਉਹਦੇ ਜਿਹੜੇ ਬਣੇ ਹੋਏ ਕੱਪੜੇ ਸਨ, ਸੇਵਾਦਾਰਾਂ ਨੇ ਸਿਪਾਹੀਆਂ ਨੇ ਘਰ ਦੇ ਵਿੱਚੋਂ ਖੋਜ ਕੇ ਲੱਭ ਲਏ। ਆਨਿਓ ਸਭਾ ਵਿਖੇ ਜਬ ਸੋਏ। ਲਿਆ ਕੇ ਉਹ ਬਸਤਰ ਕਲਗੀਧਰ ਜੀ ਦੀ ਸਭਾ ਵਿੱਚ ਹਾਜ਼ਰ ਹੋਏ। ਦੀਕਤ ਸਗਰੇ ਥਾਨ ਮਿਲਾਇਓ। ਵੇਖ ਕੇ ਉਹਨਾਂ ਨੂੰ ਥਾਨ ਦੇ ਨਾਲ ਮਿਲਾਇਆ, ਜਿਹੜਾ ਥਾਨ ਉਹ ਸਿੱਖ ਲੈ ਕੇ ਆਇਆ ਉਹਦੇ ਨਾਲ ਉਹਨਾਂ ਨੂੰ ਪੂਰਨ ਤੌਰ ਤੇ ਕੋਲ ਰੱਖ ਕੇ ਮਿਲਾਇਆ। ਦੋਨੋਂ ਕੋ ਇੱਕ ਸਮ ਦਰਸਾਇਓ। ਦੋਵੇਂ ਹੀ ਥਾਨ ਇੱਕੋ ਜਿਹੇ ਨੇ, ਕੱਪੜਾ ਇੱਕੋ ਜਿਹਾ, ਬਸ ਕਢਾਈ ਦਾ ਫਰਕ ਹੈ। ਜ਼ਨਾਨਾ ਹੋਣ ਕਰਕੇ ਉਹਦੇ ਤੇ ਕਢਾਈ ਹੋਰ ਢੰਗ ਦੀ ਹੈ। ਇਹ ਜਿਹੜਾ ਹੁਣ ਥਾਨ ਆਇਆ ਇਹ ਮਰਦਾਨਾ ਹੋਣ ਕਰਕੇ ਇਹਦੀ ਕਢਾਈ ਵੱਖਰੀ ਹੈ। ਬਸ ਇਹੀ ਫਰਕ ਹੈ, ਬਾਕੀ ਕਢਾਈ ਤੇ ਲੱਗਾ ਧਾਗਾ ਵੀ ਉਹੀ ਹੈ, ਕੱਪੜਾ ਵੀ ਬਿਲਕੁਲ ਉਹੀ ਹੈ। ਕਰਿਓ ਹੁਕਮ ਇਸ ਦਿਓ ਲਟਕਾਏ। ਮਹਾਰਾਜ ਜੀ ਨੇ ਹੁਕਮ ਕੀਤਾ ਇਹ ਚਈਏ, ਕਿਉਂਕਿ ਇਹ ਕੱਪੜੇ ਚਈਏ ਮਸੰਦ ਦੇ ਘਰੋਂ ਨਿਕਲੇ ਨੇ, ਹੁਕਮ ਕੀਤਾ ਚਈਏ ਨੂੰ ਪੁੱਠਾ ਲਟਕਾ ਦਿਓ। ਸਿਰ ਧਰ ਕਰ ਕਹਿ ਦਿਓ ਸਜਾਏ। ਇਹਦਾ ਸਿਰ ਥੱਲੇ ਕਰਕੇ ਪੁੱਠਾ ਲਟਕਾ ਕੇ ਇਹਨੂੰ ਸਜ਼ਾ ਦਿਓ। ਪਾਪ ਬਿਲੰਦ ਮਸੰਦਨ ਕਰੇ। ਇਹਨਾਂ ਮਸੰਦਾਂ ਨੇ ਬੜੇ ਖੋਟੇ ਪਾਪ ਕੀਤੇ ਹਨ, ਬਹੁਤ ਜ਼ਿਆਦਾ ਭਿਆਨਕ ਪਾਪ ਇਹਨਾਂ ਮਸੰਦਾਂ ਨੇ ਕੀਤੇ ਹਨ। ਹੋਏ ਪਵਿੱਤਰ ਮਾਰ ਤੋ ਮਰੇ। ਜਦੋਂ ਇਹਨਾਂ ਨੂੰ ਮਾਰੋਗੇ ਪੁੱਠਾ ਲਟਕਾ ਕੇ, ਜਿੰਨਾ ਮਾਰੋਗੇ ਇਹਨਾਂ ਦੇ ਪਾਪ ਧੋਤੇ ਜਾਣਗੇ, ਪਵਿੱਤਰ ਹੋਣਗੇ, ਔਰ ਜਿਵੇਂ ਮਾਰਦਿਆਂ ਮਾਰਦਿਆਂ ਮਰ ਜਾਣ ਤਾਂ ਫਿਰ ਹੋਰ ਪਵਿੱਤਰ ਹੋਣਗੇ। ਸੁਨ ਗੁਰ ਹੁਕਮ ਜਾਟ ਸੋ ਚਈਆ। ਕਹਿੰਦੇ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਜਿਹੜਾ ਉਹ ਚਈਆ ਸੀ ਲਾਗੇ ਖੜਾ ਮਸੰਦ, ਕਹਿ ਦੇੜ ਬੰਦ ਦੇ ਲਟਕਈਆ। ਮਹਾਰਾਜ ਜੀ ਦਾ ਹੁਕਮ ਸੁਣਦਿਆਂ ਪਾਤਸ਼ਾਹ ਦੇ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਪਹਿਲਾਂ ਚਈਏ ਦੀਆਂ ਮੁਸ਼ਕਾਂ ਬੰਨ੍ਹ ਲਈਆਂ, ਇਹਦੀਆਂ ਬਾਹਾਂ ਪਿਛਲੇ ਪਾਸੇ ਬੰਨ੍ਹ ਲਈਆਂ, ਨਾਲ ਹੀ ਝਪਟ ਮਾਰ ਕੇ ਜਿਵੇਂ ਬਾਜ ਨਹੀਂ ਬਟੇਰੇ ਨੂੰ ਆਪਣੇ ਪੰਜੇ ਥੱਲੇ ਲੈਂਦਾ, ਏਦਾਂ ਇਸ ਮਸੰਦ ਨੂੰ ਚਈਏ ਤੇ ਮਈਏ ਦੋਨਾਂ ਮਸੰਦਾਂ ਨੂੰ, ਕਿਉਂਕਿ ਖੋਟ ਦੋਨਾਂ ਦੀ ਸੀ, ਕਹਿੰਦੇ ਦੋਨਾਂ ਨੂੰ ਬਾਹਾਂ ਪਿੱਛੇ ਕਰਕੇ ਮੁਸ਼ਕਾਂ ਬੰਨ੍ਹ ਲਈਆਂ। ਦੇ ਸਜ਼ਾਏ ਬੰਧਨ ਕਰ ਰਾਖਾ। ਔਰ ਬੰਨ ਕੇ ਰੱਖ ਲਿਆ, ਪੁੱਠਾ ਲਟਕਾਇਆ, ਗੁਰੂ ਸਾਹਿਬ ਦਾ ਹੁਕਮ ਸੀ। ਪੁੱਠਾ ਲਟਕਾ ਕੇ ਇਹਨਾਂ ਨੂੰ ਸਜ਼ਾ ਦਿੱਤੀ ਆ, ਤਾੜਨਾ ਦਿੱਤੀ ਹੈ। ਸ਼ਰਦਾਹੀਨ ਸਬਨ ਨੇ ਲਾਖਾ। ਜਾਣ ਲਿਆ ਕਿ ਮਸੰਦ ਸ਼ਰਧਾ ਤੋਂ ਵਿਹੂਣੇ ਹਨ, ਇਹਨਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਨਹੀਂ ਹੈ। ਇਹ ਕੇਵਲ ਆਪਣੇ ਢਿੱਡ ਪਾਲਣ ਵਾਸਤੇ ਗੁਰੂ ਘਰ ਨਾਲ ਜੁੜੇ ਹੋਏ ਨੇ, ਉੱਦਾਂ ਗੁਰੂ ਘਰ ਨਾਲ ਇਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਇਹ ਪਖੰਡੀ ਤੇ ਦੰਭੀ ਮਸੰਦ ਹਨ। ਅੰਤ ਮਸੰਦਨ ਕੋ ਗੁਰ ਚਾਹ। ਸਤਿਗੁਰੂ ਜੀ ਹੁਣ ਚਾਹੁੰਦੇ ਨੇ ਕਿ ਇਹਨਾਂ ਮਸੰਦਾਂ ਦਾ ਸदैवी ਕਾਲ ਲਈ ਭੋਗ ਪਾ ਦਿੱਤਾ ਜਾਏ, ਇਹਨਾਂ ਮਸੰਦਾਂ ਨੂੰ ਸदैवी ਕਾਲ ਲਈ ਸਮਾਪਤ ਕਰ ਦਿੱਤਾ ਜਾਵੇ। ਜੇ ਕਰਤੇ ਸਿੱਖਨ ਦੁਖ ਮਹਾ। ਕਿਉਂ ਕੀਤਾ ਜਾਏ ਇਹਨਾਂ ਦਾ ਅੰਤ? ਕਿਉਂਕਿ ਇਹ ਮਸੰਦ ਗੁਰੂ ਕੇ ਸਿੱਖਾਂ ਲਈ ਦੁਖਦਾਈ ਸਾਬਤ ਹੋ ਰਹੇ ਨੇ। ਇਹ ਗੁਰਸਿੱਖਾਂ ਨੂੰ ਦੁੱਖ ਦਿੰਦੇ ਹਨ, ਗੁਰਸਿੱਖਾਂ ਨੂੰ ਭਾਰੀ ਤਕਲੀਫਾਂ ਦਿੰਦੇ ਹਨ। ਇੱਕ ਦਿਨ ਸਭਾ ਵਿਖੇ ਗੁਰ ਪੂਰੇ। ਇਸੇ ਤਰ੍ਹਾਂ ਇਹਨਾਂ ਨੂੰ ਸਜ਼ਾ ਦਿੱਤੀ ਚਈਏ ਮਈਏ ਮਸੰਦ ਨੂੰ। ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਕਲਗੀਧਰ ਜੀ ਦਾ ਇੱਕ ਦਿਨ ਦਾ ਬਚਨ ਹੈ। ਉੱਚੇ ਤਖਤ ਸੁਹਾਵਤ ਰੂਰੇ। ਬੜੇ ਸੋਹਣੇ ਉੱਚੇ ਤਖਤ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ੋਭਨੀਕ ਹੋ ਕੇ
ਸੱਜ ਕੇ ਦਰਸ਼ਨ ਦੇ ਰਹੇ ਹਨ। ਸਵਾਂਗੀ ਭਾਂਡ ਆਏ ਕੈ ਪਾਸਾ। ਇੰਨੇ ਨੂੰ ਨਾਟਕ ਵਿਖਾਉਣ ਵਾਲੇ ਸਵਾਂਗੀ ਮਰਾਸ਼ੀ ਆਏ ਨੇ। ਸਵਾਂਗੀ ਜਿਹੜੇ ਭੰਡ ਹੁੰਦੇ ਸਨ, ਇਹ ਨਾਟਕ ਕਰਕੇ ਵਿਖਾਇਆ ਕਰਦੇ ਸਨ। ਤੋ ਕੁਝ ਸਵਾਂਗੀ ਜਿਹੜੇ ਮਰਾਸ਼ੀ ਨੇ ਡੋਮ, ਉਹ ਆਏ ਨੇ ਮਹਾਰਾਜ ਜੀ ਦੇ ਕੋਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਦਰਸ਼ਨ ਕਰਨ ਲਈ। ਹੁਕਮ ਹੋਏ ਤਾਂ ਕਰੇ ਤਮਾਸ਼ਾ। ਇਹ ਜਦੋਂ ਭੰਡ ਆਏ ਨਾ ਮਹਾਰਾਜ ਜੀ ਦੇ ਕੋਲ, ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਭੰਡ ਹੁੰਨੇ ਆ, ਨਾਟਕ ਕਰਕੇ ਵਿਖਾਉਂਦੇ ਆ, ਨਾਟਕ ਕਰਕੇ ਅਸੀਂ ਵਿਖਾਉਂਦੇ ਹਾਂ ਲੋਕਾਂ ਨੂੰ। ਜੇ ਆਪ ਜੀ ਦਾ ਹੁਕਮ ਹੋਵੇ ਤੇ ਅਸੀਂ ਆਪ ਜੀ ਦੇ ਸਨਮੁਖ ਇੱਕ ਨਾਟਕ ਪੇਸ਼ ਕਰੀਏ। ਭੰਡ ਹਾਂ, ਸਾਡੀ ਰੋਜੀ ਰੋਟੀ ਮਹਾਰਾਜ ਜੀ ਇੱਦਾਂ ਹੀ ਚੱਲਦੀ ਹੈ, ਨਾਟਕ ਕਰਕੇ ਲੋਕਾਂ ਨੂੰ ਵਿਖਾਉਂਦੇ ਹਾਂ, ਮਨੋਰੰਜਨ ਕਰਦੇ ਹਾਂ ਲੋਕਾਂ ਦਾ। ਉਹਦੇ ਨਾਲ ਜਿਹੜਾ ਲੋਕ ਖੁਸ਼ ਹੋ ਕੇ ਸਾਨੂੰ ਦਾਨ ਪੁੰਨ ਕਰਦੇ ਨੇ, ਸਾਡੀ ਰੋਜੀ ਰੋਟੀ ਉਹਦੇ ਨਾਲ ਚੱਲਦੀ ਹੈ। ਆਪ ਜੀ ਦੇ ਦਰਬਾਰ 'ਚ ਆਸ ਰੱਖ ਕੇ ਆਏ ਹਾਂ ਮਹਾਰਾਜ ਅਸੀਂ ਸਾਰੇ ਭੰਡ। ਆਪ ਜੀ ਕਿਰਪਾ ਕਰਕੇ ਸਾਨੂੰ ਆਗਿਆ ਦਿਓ ਤਾਂ ਜੋ ਅਸੀਂ ਆਪ ਜੀ ਦੇ ਦਰਬਾਰ ਦੇ ਵਿੱਚ ਕੋਈ ਨਾਟਕ ਪੇਸ਼ ਕਰ ਸਕੀਏ। ਸੁਨ ਪ੍ਰਭ ਕਹਿਓ ਮਸੰਦ ਬਣਾਵੋ। ਮਹਾਰਾਜ ਜੀ, ਜੇ ਆਪ ਜੀ ਦੀ ਕੋਈ ਇੱਛਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਸਵਾਂਗ ਰਚੀਏ, ਕਿਸ ਤਰ੍ਹਾਂ ਦਾ ਨਾਟਕ ਵਿਖਾਈਏ, ਤੇ ਦੱਸੋ। ਕਲਗੀਧਰ ਜੀ ਨੇ ਬਚਨ ਕੀਤਾ, ਮਸੰਦਾਂ ਦਾ ਸਵਾਂਗ ਰਚ ਕੇ ਮਸੰਦਾਂ ਦਾ ਨਾਟਕ ਵਿਖਾਓ। ਵੀ ਮਸੰਦ ਕੀ ਕਰਦੇ ਨੇ? ਮਸੰਦਾਂ ਦੀਆਂ ਜਿਹੜੀਆਂ ਨਕਲਾਂ ਨੇ, ਉਹ ਮਸੰਦਾਂ ਦੀਆਂ ਨਕਲਾਂ ਕਰਕੇ ਉਹਨਾਂ ਦਾ ਜਿਹੜਾ ਸਵਾਂਗ ਹੈ ਉਹ ਰਚ ਕੇ ਸਾਨੂੰ ਨਾਟਕ ਕਰਕੇ ਵਿਖਾਓ। ਸਵਾਂਗ ਕਿਰਿਆ ਇਨ ਕੀ ਦਿਖਰਾਵੋ। ਜੋ ਮਸੰਦ ਕਰਦੇ ਨੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਸਿੱਖਾਂ ਦੇ ਘਰਾਂ ਵਿੱਚ, ਇਹਨਾਂ ਮਸੰਦਾਂ ਦੀਆਂ ਜਿਹੜੀਆਂ ਕਿਰਿਆਵਾਂ ਹਨ, ਇਹਨਾਂ ਮਸੰਦਾਂ ਵੱਲੋਂ ਕੀਤੇ ਜਾਣ ਵਾਲੇ ਜਿਹੜੇ ਕਰਮ ਨੇ, ਉਹ ਤੁਸੀਂ ਸਵਾਂਗ ਰਚ ਕੇ ਨਾਟਕ ਦੇ ਰੂਪ ਦੇ ਵਿੱਚ ਸਾਡੇ ਕੋਲ ਪੇਸ਼ ਕਰੋ, ਅਸੀਂ ਵੇਖਾਂਗੇ। ਸੁਨ ਆਏ ਸਿੱਖ ਬਨਿਓ ਮਸੰਦ। ਕਲਗੀਧਰ ਜੀ ਦਾ ਹੁਕਮ ਸੁਣਦਿਆਂ, ਕਿਉਂਕਿ ਇਹ ਜਿਹੜੇ ਭੰਡ ਹੁੰਦੇ ਐ, ਇਹ ਸਮਾਜ ਵਿੱਚ ਫਿਰ ਕੇ ਲੋਕਾਂ ਦੀਆਂ ਦਸ਼ਾਵਾਂ ਵੇਖ ਕੇ ਉਹਦੇ ਮੁਤਾਬਕ ਨਾਟਕ ਕਰਦੇ ਸਨ। ਇਹਨਾਂ ਨੇ ਮਸੰਦਾਂ ਬਾਰੇ ਵੀ ਜਾਣਿਆ ਸੀ, ਮਸੰਦਾਂ ਨੂੰ ਵੇਖਿਆ ਵੀ ਸੀ। ਤੋ ਗੁਰੂ ਪਾਤਸ਼ਾਹ ਦਾ ਹੁਕਮ ਮੰਨਦਿਆਂ ਇੱਕ ਭੰਡ ਨੇ ਆਪਣੇ ਸਰੀਰ ਦੇ ਉੱਤੇ ਮਸੰਦਾਂ ਵਾਲੀ ਜਿਹੜੀ ਪੁਸ਼ਾਕ ਹੈ, ਜਿਵੇਂ ਮਸੰਦ ਆਪਣੇ ਸਰੀਰ ਦੀ ਬਣਾਵਟ ਬਣਾ ਕੇ ਰੱਖਦੇ ਸੀ, ਬਿਲਕੁਲ ਉਸੇ ਤਰ੍ਹਾਂ ਮਸੰਦਾਂ ਵਰਗਾ ਪਹਿਰਾਵਾ, ਮਸੰਦਾਂ ਵਰਗਾ ਹੀ ਸਵਰੂਪ ਇੱਕ ਭੰਡ ਨੇ ਆਪਣੇ ਸਰੀਰ ਤੇ ਨਕਲ ਰਚ ਲਈ, ਸਵਾਂਗ ਬਣਾ ਲਿਆ। ਜਾਮਾ ਪਾਇਓ ਗਰੇ ਬਿਲੰਦ। ਕਿਉਂਕਿ ਇਹ ਮਸੰਦ ਬੜਾ ਵੱਡਾ ਚੋਲਾ ਆਪਣੇ ਸਰੀਰ ਤੇ ਪਾਉਂਦੇ ਸੀ। ਭੰਡ ਨੇ ਵੀ ਨਕਲ ਰਚ ਕੇ ਆਪਣੇ ਸਰੀਰ ਤੇ ਇੱਕ ਬਹੁਤ ਵੱਡਾ ਜਾਮਾ ਚੋਲਾ ਸਰੀਰ ਤੇ ਧਾਰਨ ਕੀਤਾ, ਮਸੰਦ ਦੀ ਸ਼ਕਲ ਬਣਾਈ। ਬਾਰ ਬਦੂ ਸੰਗ ਲੀਨ ਚੜ ਕੋਰੀ। ਮਸੰਦ ਕਿਵੇਂ ਕਰਦੇ ਸਨ, ਉਹਨਾਂ ਦੀਆਂ ਕੁਰੀਤੀਆਂ ਕੀ ਸੀ, ਉਹਨੂੰ ਨਾਟਕ ਰੂਪ ਦੇ ਵਿੱਚ ਇਹਨਾਂ ਨੇ ਬਿਆਨ ਕੀਤਾ। ਤੇ ਸੁਭਾਵਕ ਹੈ, ਜਦੋਂ ਨਾਟਕ ਹੁੰਦਾ ਹੈ, ਨਾਟਕ ਦੇ ਵਿੱਚ ਕਈ ਵਾਰੀ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਹੁੰਦੀਆਂ ਨੇ, ਉਹਨਾਂ ਨੂੰ ਬਹੁਤ ਚੜ੍ਹਾ ਵਧਾ ਕੇ ਵੀ ਪੇਸ਼ ਕੀਤਾ ਜਾਂਦਾ ਤਾਂ ਜੋ ਲੋਕਾਂ ਦੀ ਸਮਝ ਪੈ ਸਕੇ। ਇੱਕ ਮਸੰਦ ਦਾ ਭੇਸ ਬਣਾਇਆ ਇੱਕ ਭੰਡ ਨੇ, ਨਕਲ ਕਰ ਲਈ ਭੰਡ ਦੀ। ਕੀ ਕੀਤਾ? ਇੱਕ ਵੇਸ਼ਿਆ ਦਾ ਸਰੂਪ ਬਣਾ ਲਿਆ, ਇੱਕ ਔਰਤ ਦਾ। ਵੇਸ਼ਿਆ ਦਾ, ਔਰਤ ਦਾ ਇੱਕ ਰੂਪ ਉਹਨੇ ਵੀ, ਉਹ ਵੀ ਨਾਲ ਸੀ। ਇਸਤਰੀਆਂ ਵੀ ਹੁੰਦੀਆਂ ਨਾਟਕਾਂ ਵਿੱਚ ਭੰਡਾਂ ਦੇ। ਇੱਕ ਇਸਤਰੀ ਨੇ ਵੇਸ਼ਿਆ ਦਾ ਰੂਪ ਬਣਾਇਆ ਤੇ ਮਸੰਦ ਨੇ ਉਹਦੀ ਬਾਂਹ ਫੜੀ ਹੈ। ਇੱਕ ਘੋੜੀ ਤੇ ਸਵਾਰ ਹੋ ਕੇ ਉਸ ਵੇਸ਼ਿਆ ਦੀ ਬਾਂਹ ਫੜ ਕੇ ਮਸੰਦ ਜਾ ਰਿਹਾ ਹੈ। ਚੱਲਿਓ ਕਾਰ ਉਗਰਾਹਨ ਹੋਰੀ। ਵੇਸ਼ਿਆ ਦੀ ਬਾਂਹ ਫੜ ਕੇ ਘੋੜੀ ਤੇ ਸਵਾਰ ਹੋ ਕੇ ਆਪਣੇ ਨਾਲ 2-4 ਚੇਲੇ ਲੈ ਕੇ ਉਹ ਮਸੰਦ ਸਿੱਖਾਂ ਦੇ ਘਰਾਂ ਦੇ ਵਿੱਚ ਉਗਰਾਹੀ ਕਰਨ ਵਾਸਤੇ ਜਾ ਰਿਹਾ। ਇੱਦਾਂ ਦਾ ਨਾਟਕ ਕੀਤਾ ਉਹਨਾਂ ਨੇ, ਭੰਡਾਂ ਨੇ। ਭੰਡਾਂ ਨੇ ਜਿਹੜੀ ਸ਼ਕਲ ਬਣਾਈ ਹੈ, ਜਿਸ ਤਰ੍ਹਾਂ ਦਾ ਸਵਾਂਗ ਰਚਿਆ, ਅਸਲੀਅਤ ਕੁਝ ਇਸੇ ਤਰ੍ਹਾਂ ਦੀ ਸੀ। ਮਸੰਦਾਂ ਦੀ ਦਸ਼ਾ ਇਸੇ ਤਰ੍ਹਾਂ ਦੀ ਹੋ ਚੁੱਕੀ ਸੀ। ਤੋ ਇਸ ਤਰ੍ਹਾਂ ਦਾ ਰੂਪ ਬਣਾ ਕੇ, ਭੇਸ ਬਣਾ ਕੇ, ਇੱਕ ਵਿੱਚ ਜਿਹੜੀ ਨਾਲ ਇਹਨਾਂ ਦੇ ਇਸਤਰੀ ਸੀ, ਉਹਦਾ ਵੇਸ਼ਿਆ ਦਾ ਸਵਰੂਪ, ਉਹਦਾ ਬਾਹਰੋਂ ਵੇਸ਼ਿਆ ਵਾਲੇ ਹਾਵ ਭਾਵ ਬਣਾ ਕੇ
ਖੋਟੇ ਮਸੰਦ ਨੇ ਉਹਦੀ ਬਾਹ ਫੜੀ ਹੈ, ਘੋੜੀ ਤੇ ਸਵਾਰ ਹੋ ਕੇ ਨਾਟਕ ਕਰਦਿਆਂ ਹੋਇਆਂ ਇੱਕ ਸਿੱਖਾਂ ਦੇ ਘਰਾਂ ਦੇ ਵਿੱਚ ਉਗਰਾਹੀ ਕਰਨ ਵਾਸਤੇ ਚੱਲਿਆ ਹੈ। ਸਿੱਖ ਸ਼ਰਧਾਲੂ ਨਿਰਧਨ ਕੇ ਘਰ। ਉਹਨਾਂ ਵਿੱਚੋਂ ਹੀ ਇਹਨਾਂ ਨੇ ਇੱਕ ਦੋ ਭੰਡਾਂ ਨੂੰ ਔਰ ਉਹਦੇ ਨਾਲ ਇੱਕ ਉਹਦੇ ਹੋਰ ਔਰਤ ਸੀ, ਉਹਦੀ ਘਰਵਾਲੀ ਬਣਾ ਕੇ ਵੀ ਇਹ ਗਰੀਬ ਸਿੱਖ ਹੈ। ਜਿਹੜੇ ਸਿੱਖਾਂ ਦਾ ਭੇਸ ਹੁੰਦਾ ਉਹਦਾ ਇੱਕ ਸਿੱਖ ਦੀ ਜਿਹੜਾ ਪਾਤਰ ਹੁੰਦਾ ਹੈ, ਉਹ ਇੱਕ ਗਰੀਬ ਸਿੱਖ ਦਾ ਪਾਤਰ ਉਹਨਾਂ ਵਿੱਚੋਂ ਇੱਕ ਭੰਡ ਨੂੰ ਬਣਾ ਲਿਆ। ਉਤਰਿਓ ਜਾਏ ਸੰਗ ਦਵੈ ਨਫਰ। ਉਹਦਾ ਘਰ ਬਣਾ ਲਿਆ, ਜਿਵੇਂ ਨਾਟਕ ਦੇ ਵਿੱਚ ਹੀ ਬਣਾਉਂਦੇ ਨੇ। ਆਪਣੀ ਘਰਵਾਲੀ ਦੇ ਨਾਲ ਉਹ ਸਿੱਖ ਘਰ ਦੇ ਵਿੱਚ ਬੈਠਾ, ਘਰ ਵਿੱਚ ਗਰੀਬੀ ਹੈ। ਮਸੰਦ ਨੇ ਕੀ ਕੀਤਾ, ਜਿਹੜਾ ਭਾਂਡੀ ਬਣਿਆ ਹੋਇਆ ਸੀ ਰੂਪ ਵਟਾ ਕੇ, ਉਸ ਸਿੱਖ ਦੇ ਘਰ ਉਤਰਿਆ। ਵੇਸ਼ਿਆ ਦੀ ਉਹਨੇ ਬਾਹ ਫੜੀ ਹੋਈ ਹੈ ਤੇ ਉਹਨੂੰ ਨਾਲ ਲੈ ਕੇ ਉਸ ਸਿੱਖ ਦੇ ਘਰ ਉਤਾਰਾ ਕੀਤਾ ਮਸੰਦ ਨੇ। ਪਿਕ ਸਿੱਖ ਤਤ ਚਿਨ ਫਿਕਰ ਉਦਾਰਾ। ਜਦੋਂ ਮਸੰਦ ਨੂੰ ਆਇਆ ਵੇਖਿਆ ਸਿੱਖ ਨੇ, ਉਹਨੂੰ ਫਿਕਰ ਪੈ ਗਿਆ। ਇੱਕਦਮ ਉਹਦਾ ਮਨ ਚਿੰਤਤ ਹੋ ਗਿਆ। ਲੀਨ ਰਜਤ ਪਣ ਕਿਤੋਂ ਉਧਾਰਾ। ਵੀ ਹੁਣ ਇਹ ਮਸੰਦ ਆਇਆ, ਇਹਦੇ ਨਾਲ ਵੇਸ਼ਿਆ ਵੀ ਹੈ, ਇਹ ਮੇਰੇ ਘਰ ਵਿੱਚ ਉਤਾਰਾ ਕਰਨਗੇ। ਅੱਜ ਮੈਂ ਇਹਨਾਂ ਦੇ ਖਾਣੇ ਪੀਣੇ ਦਾ ਪ੍ਰਬੰਧ ਕਰਾਂ। ਗਰੀਬ ਸਿੱਖ ਸੀ, ਉਹਨੇ ਕਿਸੇ ਤਰੀਕੇ ਕਿਸੇ ਕੋਲੋਂ 1 ਰੁਪਈਆ ਚਾਂਦੀ ਦਾ ਉਧਾਰ ਮੰਗਿਆ, ਉਧਾਰ ਲਿਆ। ਧਰ ਆਗੇ ਤਿੰਨ ਬੰਧਨ ਕਰੀ। 1 ਰੁਪਈਆ ਚਾਂਦੀ ਦਾ ਉਧਾਰ ਲੈ ਕੇ ਉਸ ਸਿੱਖ ਨੇ ਜਦੋਂ ਮਸੰਦ ਆਇਆ ਨਾ ਘਰ, ਪਹਿਲਾਂ ਤਾਂ ਉਹਨੂੰ ਬਿਠਾਇਆ ਬੜੇ ਸਤਿਕਾਰ ਨਾਲ। ਮਸੰਦ ਨਾਲ ਉਹ ਵੇਸ਼ਿਆ ਵੀ ਬੈਠੀ ਹੈ। ਸਿੱਖ ਨੇ ਉਹ 1 ਰੁਪਈਆ ਚਾਂਦੀ ਦਾ ਉਸ ਮਸੰਦ ਦੇ ਅੱਗੇ ਰੱਖ ਕੇ ਉਹਨੂੰ ਮੱਥਾ ਟੇਕਣਾ ਚਾਹਿਆ। ਗਇਓ ਮਸੰਦ ਹਿਰਦੇ ਰਿਸ ਭਰੀ। ਜਦੋਂ 1 ਰੁਪਈਆ ਚਾਂਦੀ ਦਾ ਮਸੰਦ ਨੇ ਵੇਖਿਆ, ਉਹ ਬੜਾ ਗੁੱਸੇ ਵਿੱਚ ਆਇਆ। ਉਸ ਗਰੀਬ ਸਿੱਖ ਵੱਲ ਕਰੂਰ ਭਰੀ ਦ੍ਰਿਸ਼ਟੀ ਨਾਲ ਕ੍ਰੋਧਿਤ ਹੋ ਕੇ ਵੇਖ ਕੇ ਬੋਲਿਆ, ਕਿਆ ਕੀਨਸ ਮੂਰਖ ਤੈਂ ਇਹੋ। ਕਹਿਣ ਲੱਗਾ, ਉਹ ਗੁਰੂ ਮਾਰਿਆ, ਆ ਕੀ ਕੀਤਾ ਤੂੰ, ਆ ਕੀ ਲਿਆ ਕੇ ਭੇਟ ਕੀਤਾ। 5 ਰਜਤ ਪਣ ਕਿਉਂ ਨੈ ਦੇਹੋ। ਗੁਰੂ ਘਰ ਵਿੱਚ 5 ਪ੍ਰਵਾਨ ਹੁੰਦੇ ਨੇ, ਤੂੰ ਇੱਕ ਕੱਲਾ ਸਖਣਾ ਰੁਪਈਆ ਲਿਆ ਕੇ ਰੱਖ ਦਿੱਤਾ। 5 ਰੁਪਈਏ ਕਿਉਂ ਨਹੀਂ ਦਿੱਤੇ ਤੂੰ। ਉਹ ਜਿਹੜੇ ਭੰਡ ਨੇ ਨਾ, ਉਹ ਮਸੰਦਾਂ ਦੀ ਐਨ ਪੂਰੀ ਨਕਲ ਲਾ ਕੇ ਵਿਖਾ ਰਹੇ ਨੇ ਵੀ ਮਸੰਦ ਏਦਾਂ ਕਰਦੇ ਆ, ਪੂਰਾ ਨਾਟਕ ਕਰਕੇ ਵਿਖਾ ਰਹੇ ਨੇ। ਉਹਨਾਂ ਵਿੱਚੋਂ ਭੰਡਾਂ ਚੋਂ ਇੱਕ ਗਰੀਬ ਸਿੱਖ ਬਣਿਆ ਹੋਇਆ, ਉਹਨਾਂ ਭੰਡਾਂ ਵਿੱਚੋਂ ਇੱਕ ਮਸੰਦ ਬਣਿਆ ਹੋਇਆ, ਉਹਨਾਂ ਭੰਡਾਂ ਵਿੱਚੋਂ ਹੀ ਇੱਕ ਵੇਸ਼ਿਆ ਬਣੀ ਹੋਈ ਹੈ, ਉਹਨਾਂ ਭੰਡਾਂ ਵਿੱਚੋਂ ਹੀ ਇੱਕ ਗਰੀਬ ਸਿੱਖਣੀ ਬਣੀ ਹੋਈ ਹੈ। ਜਦੋਂ ਸਿੱਖ ਨੇ ਰੁਪਈਆ ਭੇਟ ਕੀਤਾ ਤੇ ਮਸੰਦ ਕਰੂਰ ਦ੍ਰਿਸ਼ਟੀ ਨਾਲ ਬੋਲਿਆ, ਗੁੱਸੇ ਵਿੱਚ ਆ ਕੇ ਕਹਿੰਦਾ, ਉਹ ਗੁਰੂ ਮਾਰਿਆ, ਤੂੰ 5 ਰੁਪਈਏ ਕਿਉਂ ਨਹੀਂ ਦਿੱਤੇ ਬਈ ਸਾਨੂੰ ਲਿਆ ਕੇ। 5 ਰੁਪਈਏ ਦੇਣ ਦਾ ਹੁਕਮ ਹੈ ਗੁਰੂ ਦਾ। ਇਹ ਵਧੀਕੀਆਂ ਕਰਦੇ ਸਨ ਖਾਲਸਾ ਜੀ ਮਸੰਦ ਇਸ ਪ੍ਰਕਾਰ ਨਾਲ। ਭਾਵੇਂ ਕਿ ਨਕਲ ਰਚੀ ਜਾ ਰਹੀ ਹੈ, ਭਾਵੇਂ ਕਿ ਨਾਟਕ ਕਰਕੇ ਵਿਖਾਇਆ ਜਾ ਰਿਹਾ ਹੈ, ਪਰ ਵਾਸਤਵਿਕਤਾ ਤੇ ਅਸਲੀਅਤ ਇਹੀ ਸੀ। ਮਸੰਦ ਇਹੋ ਕੁਝ ਹੀ ਕਰਦੇ ਸੀ ਸਿੱਖਾਂ ਦੇ ਘਰਾਂ 'ਚ ਜਾ ਕੇ। ਵੇਸ਼ਵਾਵਾਂ ਨੂੰ ਨਾਲ ਲੈ ਜਾਣਾ, ਸਿੱਖਾਂ ਦੇ ਘਰਾਂ ਵਿੱਚ ਜਾ ਕੇ ਵੇਸ਼ਵਾਵਾਂ ਦੇ ਮੁਜਰੇ ਤੱਕ ਕਰਾਉਂਦੇ ਸਨ ਇਹ ਮਸੰਦ। ਸ਼ਰਾਬ ਪੀਣੀ ਔਰ ਜਿਤਨੇ ਮਾੜੇ ਭੈੜੇ ਕਰਮ ਹੁੰਦੇ ਸਨ ਉਹ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਕਰਦੇ ਸੀ। ਧੰਨ ਸਨ ਉਹ ਗੁਰੂ ਕੇ ਸਿੱਖ ਜਿਹੜੇ ਇਹਨਾਂ ਮਸੰਦਾਂ ਦੀ ਇਹੋ ਜਿਹੀ ਖੋਟ ਨੂੰ ਵੇਖ ਕੇ ਵੀ ਗੁਰੂ ਤੇ ਕਿੰਤੂ ਨਹੀਂ ਸੀ ਕਰਦੇ। ਕਿੱਡਾ ਵੱਡਾ ਉਹਨਾਂ ਸਿੱਖਾਂ ਦੇ ਵਿੱਚ ਮਾਦਾ ਹੋਵੇਗਾ ਬਰਦਾਸ਼ਤ ਕਰਨ ਦਾ ਕਿ ਇਹਨਾਂ ਮਸੰਦਾਂ ਦੀ ਖੋਟ ਨੂੰ ਵੇਖਦਿਆਂ ਹੋਇਆਂ ਵੀ ਉਹ ਗੁਰੂ ਕੇ ਸਿੱਖ ਗੁਰੂ ਤੋਂ ਆਪਣੀ ਸ਼ਰਧਾ ਡਾਵਾਡੋਲ ਨਹੀਂ ਸੀ ਕਰਦੇ, ਨਹੀਂ ਤਾਂ ਮਸੰਦਾਂ ਵੱਲੋਂ ਤਾਂ ਕੋਈ ਘਟ ਨਹੀਂ ਸੀ ਹੁੰਦੀ। ਹੁਣ ਇਹ ਮਸੰਦ ਨੇ ਜਿਹੜਾ ਨਾਟਕ ਕਰ ਰਿਹਾ ਉਹ ਭੰਡ, ਇਹਨੇ ਕੀ ਆਖਿਆ, ਤੂੰ ਆਹ ਰੁਪਈਆ ਦਿੱਤਾ ਲਿਆ ਕੇ ਗੁਰੂ ਮਾਰਿਆ। ਨਾਲੇ ਏਦਾਂ ਸਿੱਧਾ ਹੀ ਕਹਿੰਦੇ ਸੀ, ਗੁਰੂ ਮਾਰਿਆ, ਉਹ ਗੁਰੂ ਮਾਰਿਆ, ਤੇਰੇ ਤੇ ਗੁਰੂ ਦੀ ਕਰੋਪੀ ਹੋਵੇ। ਏਦਾਂ ਬੋਲ ਡਰਾਉਂਦੇ ਸਨ ਸਿੱਖਾਂ ਨੂੰ, ਭੈ ਭੀਤ ਕਰਦੇ ਸਨ ਵੀ ਡਰ ਕੇ ਆਪੇ ਸਾਡੇ ਕੋਲ ਵੱਧ ਤੋਂ ਵੱਧ ਭੇਟਾ ਭੇਟ ਕਰਨ। ਉਹ ਗੁਰੂ ਮਾਰਿਆ, ਆ ਕੀ ਕੀਤਾ,
ਤੂੰ 1 ਰੁਪਈਆ ਲਿਆ ਕੇ ਦਿੱਤਾ, ਤੈਨੂੰ 5 ਰੁਪਈਏ ਲਿਆ ਕੇ ਦੇਣੇ ਚਾਹੀਦੇ ਸਨ। ਗਾਰ ਨਿਕਾਰ ਰਜਤ ਪਣ ਲੈ ਕੇ, ਨਾਲੇ ਤਾਂ ਗਾਲਾਂ ਕੱਢਦਾ, ਨਾਲੇ ਉਹ ਰੁਪਈਆ ਵੀ ਚੁੱਕ ਕੇ ਜੇਬ 'ਚ ਪਾ ਲਿਆ। ਬਾਰ ਬਦੂ ਦਿਸ਼ ਦਿਓ ਬਗੈ ਕੈ। ਹਾਂ, ਕਹਿੰਦੇ ਇੱਥੇ ਹੀ ਬਸ ਨਹੀਂ, ਉਹ ਰੁਪਈਆ ਜਿਹੜਾ ਸਿੱਖ ਨੇ ਭੇਟ ਕੀਤਾ ਨਾ, ਉਹ ਰੁਪਈਆ ਜਿਹੜੀ ਨਾਲ ਵੇਸ਼ਿਆ ਲਿਆਂਦੀ ਹੁੰਦੀ ਹੋਈ ਸੀ ਮਸੰਦ ਨੇ, ਇਹਨੇ ਵਗਾ ਕੇ ਉਹਦੇ ਵੱਲ ਸੁੱਟ ਦਿੱਤਾ। ਹੁਣ ਉਸ ਸਿੱਖ ਦੇ ਦਿਲ ਤੇ ਕੀ ਬੀਤੀ ਹੋਵੇਗੀ ਉਸ ਵਕਤ। ਉਧਾਰ ਮੰਗ ਕੇ ਲਿਆਂਦਾ ਰੁਪਈਆ ਗੁਰੂ ਨਮਿੱਤ ਭੇਟ ਕੀਤਾ, ਤੇ ਮਸੰਦ ਨੇ ਉਹ ਰੁਪਈਆ ਇੱਕ ਵੇਸ਼ਿਆ ਵਾਲੇ ਪਾਸੇ ਸੁੱਟ ਕੇ ਉਹਨੂੰ ਦੇ ਦਿੱਤਾ। ਕਹਿਣ ਲੱਗੇ ਉਸ ਵਕਤ ਉਹਨੇ ਉਹ ਰੁਪਈਆ ਜਿਹੜਾ ਸਿੱਖ ਨੇ ਭੇਟ ਕੀਤਾ ਸੀ ਚੁੱਕ ਕੇ ਮਸੰਦ ਨੇ ਵੇਸ਼ਿਆ ਵੱਲ ਚੁੱਕ ਕੇ ਮਾਰਿਆ। ਸਿੱਖ ਦੁੱਖ ਪਾਏ ਗਇਓ ਘਰ ਮਾਈ। ਸਿੱਖ ਬੜਾ ਦੁਖੀ ਹੋਇਆ, ਬੜਾ ਵਿਆਕੁਲ ਹੋਇਆ। ਬਾਹਰ ਉਤਰਿਆ ਹੋਇਆ ਸੀ ਮਸੰਦ, ਉਹ ਆਪਣੇ ਅੰਦਰ ਘਰ ਦੇ ਵਿੱਚ ਗਿਆ। ਅਸਨ ਹੇਤ ਕੁਛ ਪਾਵਤ ਨਾਈ। ਜਦੋਂ ਘਰ ਜਾ ਕੇ ਅੰਦਰ ਭਾਂਡੇ ਵੇਖੇ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਮਸੰਦ ਵਾਸਤੇ, ਪਰ ਘਰ ਦੇ ਵਿੱਚ ਕੋਈ ਰਸਤ ਬਸਤ ਕੋਈ ਨਹੀਂ। ਗਰੀਬੀ ਦਾਵਾ ਹੈ, ਆਪਣੇ ਲਈ ਤਾਂ ਚਲੋ ਜਿਹੋ ਜਿਹਾ ਰੁੱਖਾ ਸੁੱਖਾ ਹੁੰਦਾ ਹੈ ਖਾ ਕੇ ਠੰਡਾ ਪਾਣੀ ਪੀ ਲੈਂਦੇ ਨੇ ਸਿੱਖ, ਪਰ ਮਸੰਦ ਵਾਸਤੇ ਤਾਂ ਵਧੀਆ ਭੋਜਨ ਤਿਆਰ ਕਰਨਾ ਸੀ। ਹੁਣ ਜਦੋਂ ਘਰ ਜਾ ਕੇ ਅੰਦਰ ਰਸੋਈ 'ਚ ਵੇਖਿਆ ਤੇ ਰਸੋਈ ਵਿੱਚ ਜਿਹੜੇ ਪਏ ਹੋਏ ਰਸਤਾਂ ਬਸਤਾਂ ਦੇ ਭਾਂਡੇ ਸਨ ਉਹ ਖਾਲੀ ਹਨ। ਤ੍ਰਿਆ ਕੀ ਨੱਥ ਅਲਪ ਤਨ ਕੇਰੀ। ਇਹਦੇ ਘਰ ਵਾਲੀ ਦੀ ਇੱਕ ਨੱਕ ਦੀ ਨੱਥ ਸੀ, ਕੋਈ ਥੋੜੇ ਪੈਸਿਆਂ ਦੀ, ਜ਼ਿਆਦਾ ਭਾਰੀ ਨਹੀਂ ਸੀ, ਸੋਨੇ ਦੀ ਸੀ, ਪਰ ਇੰਨਾ ਜ਼ਰੂਰ ਸੀ ਉਹਦੇ ਨਾਲ ਇੱਕ ਸਾਦਾ ਭੋਜਨ ਤਿਆਰ ਹੋ ਸਕਦਾ। ਛੋਟੀ ਜੀ ਨੱਥ ਸੀ, ਨਥਲੀ ਹੁੰਦੀ ਹੈ, ਉਹ ਨੱਥ ਸਿੱਖ ਨੇ ਆਪਣੇ ਘਰ ਵਾਲੀ ਦੀ ਲਈ। ਧਰੀ ਦੁਕਾਨ ਜਾਏ ਤਿਸ ਬੇਰੀ। ਉਹ ਜਾ ਕੇ ਇੱਕ ਸ਼ਾਹੂਕਾਰ ਦੇ ਕੋਲ ਗਿਰਵੀ ਰੱਖ ਦਿੱਤੀ, ਗਹਿਣੇ ਰੱਖ ਦਿੱਤੀ। ਦਾਲ ਉਰਦ ਕੀ ਚਮਕ ਬਣਾਈ। ਉੜਦਾਂ ਦੀ ਦਾਲ ਦੀ ਛਮਕ ਤਿਆਰ ਕੀਤੀ। ਉੜਦਾਂ ਦੀ ਦਾਲ ਜਿਵੇਂ ਪਹਿਲਾਂ ਘਿਓ ਵਿੱਚ ਭੁੰਨ ਲੈਣੀ, ਭੁੰਨ ਕੇ ਫਿਰ ਉਸ ਦਾਲ ਨੂੰ ਰਿੰਨਣਾ, ਉਹਨੂੰ ਛਮਕ ਕਹਿ ਦਿੰਦੇ ਆ। ਉੜਦਾਂ ਦੀ ਦਾਲ ਦੀ ਇੱਕ ਛਮਕ ਜਿਹੜੀ ਹੈ ਉਹ ਇਹ ਸਿੱਖ ਨੇ ਤਿਆਰ ਕੀਤੀ। ਆਪਣੇ ਵੱਲੋਂ ਤਾਂ ਵਧੀਆ ਦਾਲ ਭੋਜਨ ਤਿਆਰ ਕੀਤਾ। ਗੋ ਤੂਮ ਕੇ ਫੁਰ ਕੇ ਸਮਦਾਈ। ਕਣਕ ਦੇ ਆਟੇ ਦੀਆਂ ਰੋਟੀਆਂ ਪਕਾਈਆਂ। ਆਮ ਕਰਕੇ ਕਣਕ ਦਾ ਆਟਾ ਉਦੋਂ ਬਹੁਤਾ ਨਹੀਂ ਮਿਲਿਆ ਕਰਦਾ, ਜਵਾਰ ਬਾਜਰੇ ਦੀਆਂ ਰੋਟੀਆਂ ਹੁੰਦੀਆਂ। ਕਣਕ ਦੀ ਰੋਟੀ ਤਾਂ ਕੋਈ ਚੰਗਾ ਧਨੀ ਪੁਰਸ਼ ਹੁੰਦਾ ਉਹਦੇ ਘਰ ਪੱਕਿਆ ਕਰਦੀਆਂ ਸਨ। ਤੋ ਕਹਿਣ ਲੱਗੇ ਨੇ ਆਪਣੇ ਵੱਲੋਂ ਮਿਹਨਤ ਕਰਕੇ ਗੋ ਧੂਮ ਕਹਿੰਦੇ ਕਣਕ ਦਾ ਆਟਾ ਲਿਆਂਦਾ, ਉਹਦੀਆਂ ਰੋਟੀਆਂ ਪਕਾਈਆਂ। ਕਰ ਕੇ ਤਿਆਰ ਗਇਓ ਕਰ ਜੋਰੇ। ਔਰ ਦਾਲ ਤਿਆਰ ਕਰਕੇ, ਉੜਦਾਂ ਦੀ ਛਮਕ ਤਿਆਰ ਕਰਕੇ, ਫਿਰ ਇਸੇ ਤਰ੍ਹਾਂ ਕਣਕ ਦੀਆਂ ਰੋਟੀਆਂ ਬਣਾ ਕੇ ਪਾ ਕੇ ਥਾਲ ਵਿੱਚ ਮਸੰਦ ਕੋਲ ਲੈ ਕੇ ਗਿਆ। ਅਚੋ ਅਸਨ ਚਲੀਏ ਗ੍ਰਹਿ ਓਰੇ। ਨਾਲੇ ਬੇਨਤੀ ਕੀਤੀ ਮਸੰਦ ਨੂੰ ਵੀ ਆਓ ਸਾਡੇ ਅੰਦਰ ਘਰ ਵਿੱਚ ਆ ਕੇ ਭੋਜਨ ਛਕੋ। ਸੁਰਾ ਪਾਨ ਤੇ ਮਸਤ ਮਹਾਨਾ। ਮਸੰਦ ਜਿੱਥੇ ਉਤਰਿਆ ਹੋਇਆ ਸੀ ਸ਼ਰਾਬ ਦੇ ਨਸ਼ੇ 'ਚ ਪੂਰਾ ਮਸਤ ਸੀ। ਸ਼ਰਾਬ ਉਹਨੇ ਪੀਤੀ ਹੋਈ, ਵੇਸ਼ਿਆ ਉਹਦੇ ਨਾਲ ਹੈ, ਕੈਸਾ ਦੁਰਾਚਾਰੀ ਹੋਵੇਗਾ। ਤਾਂ ਉਸ ਵਕਤ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਮਸੰਦ, ਉਹਨੂੰ ਸਿੱਖ ਨੇ ਆ ਕੇ ਬੇਨਤੀ ਕੀਤੀ ਪ੍ਰਸ਼ਾਦਾ ਤਿਆਰ ਕਰਕੇ, ਮਸੰਦ ਜੀ ਆਓ ਸਾਡੇ ਘਰ ਚਰਨ ਪਾ ਕੇ ਆਪ ਜੀ ਪ੍ਰਸ਼ਾਦਾ ਛਕੋ। ਹਕੂਮਤ ਕੀਨੋ ਸਦਾ ਪਿਆਨ ਸਦਨ ਪਿਆਨਾ। ਉਸ ਵੇਲੇ ਪੈਰਾਂ ਦੀ ਲੜਖੜਾਉਂਦੀ ਹੋਈ ਚਾਲ ਨਾਲ ਉਹ ਮਸੰਦ ਟੁਰ ਪਿਆ। ਸ਼ਰਾਬ ਦੇ ਨਸ਼ੇ 'ਚ ਇੰਨਾ ਮਸਤ ਸੀ ਕਿ ਪੈਰਾਂ ਤੋਂ ਸਿੱਧਾ ਟੁਰਿਆ ਨਹੀਂ ਸੀ ਜਾਂਦਾ ਮਸੰਦ ਕੋਲੋਂ। ਇਹ ਸਾਰਾ ਨਾਟਕ ਉਹ ਭੰਡ ਮਹਾਰਾਜ ਜੀ ਦੇ ਸਾਹਮਣੇ ਕਰਕੇ ਵਿਖਾ ਰਹੇ ਨੇ ਕਲਗੀਧਰ ਜੀ ਦੇ, ਕਿ ਮਹਾਰਾਜ ਮਸੰਦ ਏਦਾਂ ਕਰਦੇ ਨੇ ਸਿੱਖਾਂ ਦੇ ਘਰਾਂ 'ਚ ਜਾ ਕੇ। ਕਹਿੰਦੇ ਲੜ ਖੜਾਉਂਦਾ ਹੋਇਆ ਪੈਰਾਂ ਦੇ ਉੱਤੇ ਟਿਕਦਾ ਨਹੀਂ ਹੈ ਮਸੰਦ, ਉਹ ਚੱਲਦਾ ਚੱਲਦਾ ਵੇਸ਼ਿਆ ਨੂੰ ਨਾਲ ਲੈ ਕੇ ਸਿੱਖ ਦੇ ਘਰ ਗਿਆ। ਚੌਕੀ ਪਰ ਬਿਠਾਏ ਸੋ ਲਿਆਇਓ। ਸਿੱਖ ਨੇ ਲਿਆ ਕੇ ਚੌਂਕੀ ਢਾਈ ਔਰ ਉਸ ਚੌਂਕੀ ਦੇ ਉੱਤੇ ਮਸੰਦ ਨੂੰ ਬਿਠਾਇਆ।
ਦੇਖਤ ਕ੍ਰੋਧਿਓ ਕਰੂਰ ਅਲਾਇਓ। ਤੇ ਵੇਖ ਕੇ ਉਹ ਮਸੰਦ ਬੜਾ ਗੁੱਸੇ ਵਿੱਚ ਆਇਆ ਤੇ ਕਰੂਰ ਬੋਲਿਆ, ਕਹਿਣ ਲੱਗਾ, ਕਹਾ ਅਸਨ ਗੁਰ ਮਾਰੇ ਆਨਾ। ਜਦੋਂ ਲਿਆ ਕੇ ਉਹਨੇ ਉੜਦਾਂ ਦੀ ਦਾਲ ਤੇ ਪ੍ਰਸ਼ਾਦੇ ਰੱਖੇ ਨਾ ਸਾਹਮਣੇ, ਮਸੰਦ ਖੋਟਾ ਬੋਲਿਆ, ਕਹਿੰਦਾ, ਉਹ ਗੁਰੂ ਮਾਰਿਆ, ਆਹ ਕੀ ਲਿਆ ਕੇ ਰੱਖ ਦਿੱਤਾ ਘਾਸ ਫੂਸ ਸਾਡੇ ਅੱਗੇ? ਇਹ ਡੰਗਰਾਂ ਦੇ ਖਾਣ ਵਾਲਾ ਭੋਜਨ ਤੂੰ ਲਿਆ ਕੇ ਸਾਡੇ ਅੱਗੇ ਰੱਖ ਦਿੱਤਾ ਹੈ? ਕੀ ਅਸੀਂ ਇਹ ਘਾਹ ਫੂਸ ਖਾਣ ਵਾਲੇ ਤੈਨੂੰ ਲੱਗਦੇ ਹਾਂ? ਇਹ ਦਾਲ ਲਿਆ ਕੇ ਰੱਖ ਦਿੱਤੀ, ਰੋਟੀ ਲਿਆ ਕੇ ਰੱਖ ਦਿੱਤੀ ਮੇਰੇ ਸਾਹਮਣੇ, ਗੁਰੂ ਮਾਰਿਆ। ਇਹਨੇ ਖਾਏ ਹਮਾਰੇ ਸਵਾਨਾ। ਏਦਾਂ ਦੀ ਰੋਟੀ ਤਾਂ ਮੇਰੇ ਕੁੱਤੇ ਨਹੀਂ ਖਾਂਦੇ। ਏਦਾਂ ਬੋਲਿਆ ਮਸੰਦ, ਕਹਿੰਦਾ ਏਦਾਂ ਦੀ ਰੋਟੀ ਜਿਹੜੀ ਲਿਆ ਕੇ ਤੂੰ ਰੱਖੀ ਆ ਮੇਰੇ ਸਾਹਮਣੇ, ਇਹ ਤਾਂ ਮੇਰੇ ਕੁੱਤੇ ਵੀ ਨਹੀਂ ਖਾਂਦੇ। ਪਾਪੀ ਤੋਵ ਕਰ ਮੈਂ ਗੋਰੇ ਆਇਓ। ਉਹ ਪਾਪੀਆ, ਤੇਰੇ ਘਰ ਗੁਰੂ ਆਇਆ ਆਪ। ਆਪਣੇ ਆਪ ਨੂੰ ਇਹ ਗੁਰੂ ਹੀ ਦੱਸਣ ਲੱਗ ਪਏ ਸੀ ਮਸੰਦ। ਕਹਿੰਦੇ, ਤੇਰੇ ਘਰ ਗੁਰੂ ਆਪ ਚੱਲ ਕੇ ਆਇਆ ਪਾਪੀਆ। ਕਹਾ ਪਾਓ ਕਰ ਅਸਨੇ ਅਚਾਇਓ। ਤੇ ਤੂੰ ਪ੍ਰੇਮ ਰੱਖ ਕੇ ਕੀ ਭੋਜਨ ਛਕਾ ਰਿਹਾ ਆਪਣੇ ਗੁਰੂ ਨੂੰ? ਮਸੰਦਾਂ ਨੂੰ ਉਹ ਇਤਿਹਾਸ ਭੁੱਲ ਗਿਆ। ਇੱਥੇ ਤਾਂ ਗੁਰੂ ਜਦੋਂ ਸਿੱਖਾਂ ਦੇ ਘਰ ਵਿੱਚ ਆਉਂਦਾ, ਕੋਦਰੇ ਦੀ ਸੁੱਕੀ ਰੋਟੀ ਖਾ ਕੇ ਠੰਡਾ ਪਾਣੀ ਪੀ ਕੇ ਕਹਿੰਦਾ, ਲਾਲੋ ਤੇਰਾ ਲੋਕ ਪਰਲੋਕ ਦੋਵੇਂ ਹੀ ਸੁਖੀ ਹਨ। ਇਹ ਪਾਪੀ ਮਸੰਦ ਕਹਿੰਦਾ ਮੈਂ ਮਸੰਦ ਨਹੀਂ ਗੁਰੂ ਹਾਂ। ਇੱਕ ਹਿਸਾਬ ਦਾ ਤੂੰ ਇਹ ਸਮਝ ਲੈ ਵੀ ਗੁਰੂ ਆਇਆ ਤੇਰੇ ਘਰ ਤੇ ਤੂੰ ਗੁਰੂ ਦੇ ਸਾਹਮਣੇ ਆਹ ਰੋਟੀ ਲਿਆ ਕੇ ਰੱਖੀ ਹੈ ਜਿਹੜਾ ਸਾਡਾ ਕੁੱਤਾ ਵੀ ਨਾ ਖਾਵੇ। ਤੂੰ ਕੀ ਭਾਵਨਾ ਰੱਖੀ ਆ ਸਾਡੇ ਪ੍ਰਤੀ, ਕੀ ਪ੍ਰੇਮ ਪ੍ਰਗਟ ਕੀਤਾ? ਹੋਰ ਕੇ ਕੂਕਰ ਦਿਸ਼ਾ ਬਗਾਏ। ਕਹਿੰਦੇ ਲਾਗੇ ਉਹਦੇ ਕੁੱਤਾ ਸੀ ਮਸੰਦ ਦੇ, ਉਹਨੇ ਰੋਟੀਆਂ ਤੇ ਦਾਲ ਉਸ ਕੁੱਤੇ ਅੱਗੇ ਸੁੱਟ ਦਿੱਤੀਆਂ ਚੁੱਕ ਕੇ। ਕਹਿੰਦਾ ਤਾਂ ਮੇਰੇ ਕੁੱਤੇ ਵੀ ਨਹੀਂ ਖਾਂਦੇ, ਆ ਵੇਖ ਤੈਨੂੰ ਸੁੱਟ ਕੇ ਵਿਖਾਉਣਾ। ਉਹ ਦਾਲ ਤੇ ਰੋਟੀ ਜਿਹੜੀ ਸੀ ਇਹਨੇ ਵਗਾ ਕੇ ਚੁੱਕ ਕੇ ਮਾਰੀ ਲਾਗੇ ਕੁੱਤੇ ਦੇ ਕੋਲ। ਦਾਰ ਗੇਰ ਤੈਂ ਦੀਨ ਬਹਾਏ। ਉਹ ਦਾਲ ਵੀ ਰੋੜ ਦਿੱਤੀ ਤੇ ਰੋਟੀਆਂ ਕੁੱਤੇ ਦੇ ਅੱਗੇ ਸੁੱਟ ਦਿੱਤੀਆਂ। ਇਸ ਤੇ ਉੱਠਿਓ ਸਿੱਖ ਕਰ ਜੋਰਤ। ਬੜੇ ਗੁੱਸੇ ਨਾਲ ਉੱਠਿਆ, ਕਹਿੰਦਾ ਤੇਰੇ ਤੇ ਗੁਰੂ ਦੀ ਮਾਰ ਪੈਣੀ ਆ, ਪਾਪੀ ਆ ਤੂੰ, ਗੁਰੂ ਦੋਖੀ ਆ। ਏਦਾਂ ਕਹਿ ਕੇ ਮਸੰਦ ਜਦੋਂ ਗੁੱਸੇ ਨਾਲ ਉੱਠਣ ਲੱਗਾ, ਸਿੱਖ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ, ਏਦਾਂ ਮੇਰੇ ਘਰੋਂ ਰੁੱਸ ਕੇ ਨਾ ਜਾਓ ਤੁਸੀਂ ਗੁਰੂ। ਵੇਖੋ ਸਿੱਖ ਨੂੰ ਫਿਰ ਵੀ ਇਹੀ ਦ੍ਰਿਸ਼ਟੀ ਨਜ਼ਰ ਆ ਰਹੀ ਹੈ ਕਿ ਮੇਰੇ ਗੁਰੂ ਪਾਤਸ਼ਾਹ ਦਾ ਮਸੰਦ ਹੈ, ਸਾਡੇ ਘਰ ਆਇਆ ਹੋਇਆ। ਉਹਨੇ ਹੱਥ ਜੋੜੇ, ਮਿੰਨਤਾਂ ਕੀਤੀਆਂ, ਮਸਤਕ ਟੇਕਤ ਬੌਰ ਨਿਹੋਰਤ। ਪੈਰਾਂ ਤੇ ਮੱਥਾ ਟੇਕ ਕੇ ਬਾਰ-ਬਾਰ ਉਹਦੇ ਪੈਰ ਫੜਦਾ ਮਸੰਦ ਦੇ ਸਿੱਖ ਤੇ ਮਿੰਨਤਾਂ ਕਰਦਾ, ਨਾ ਜਾਈ ਰੁੱਸ ਕੇ ਮੇਰੇ ਘਰੋਂ, ਨਾਰਾਜ਼ ਹੋ ਕੇ ਨਾ ਜਾਈ। ਕਹੋ ਆਪ ਸੋ ਅਸਨ ਬਨਾਵੋ। ਤੂੰ ਜੋ ਕਹੇਗਾ ਮੈਂ ਉਹੀ ਪ੍ਰਸ਼ਾਦਾ, ਉਦਾਂ ਦੀ ਸਬਜ਼ੀ ਭਾਜੀ ਤਿਆਰ ਕਰਾਂਗਾ। ਨੈ ਉਦਾਰ ਨਿਰਧਨ ਮੈਂ ਪਾਵੋ। ਪਰ ਇਹ ਵੀ ਵੇਖ ਲੈ ਵੀ ਮੈਂ ਉਦਾਰ ਨਹੀਂ, ਨਿਰਧਨ ਹਾਂ। ਇਹ ਜਿਹੜਾ ਤਿਆਰ ਕੀਤਾ ਵੀ ਪਤਾ ਨਹੀਂ ਕਿਵੇਂ ਕਿਵੇਂ ਤਿਆਰ ਕੀਤਾ ਭੋਜਨ। ਕਹਿ ਮਸੰਦ ਸੁਨ ਸਿੱਖ ਹਮਾਰੇ। ਜਦੋਂ ਮਸੰਦ ਨੇ ਵੇਖਿਆ ਸਿੱਖ ਨੂੰ, ਉਸ ਵੇਲੇ ਬੋਲਿਆ, ਕਹਿਣ ਲੱਗਾ, ਸੁਣ ਕਰੋ ਤਿਆਵਲ ਆਮਿਖ ਤਿਆਰੇ। ਕਹਿੰਦਾ ਇੱਕ ਤਾਂ ਸਾਨੂੰ ਪਹਿਲਾਂ ਕੜਾਹ ਪ੍ਰਸ਼ਾਦ ਚਾਹੀਦਾ, ਦੇਸੀ ਘਿਓ ਦਾ ਬਣਿਆ। ਦੂਜਾ ਡਲੇ ਬਣਾਉਣੇ ਨੇ, ਮਹਾਪ੍ਰਸ਼ਾਦ ਤਿਆਰ ਕਰਨਾ। ਮਾਸ ਜਿਹੜਾ ਉਹ ਤਿਆਰ ਕਰਕੇ ਦੇਣਾ, ਮੈਂ ਉਹ ਛਕਾਂਗਾ। ਚਾਵਰ ਸੂਖਮ ਕਰ ਤੋ ਖਾਈ। ਫਿਰ ਬਰੀਕ ਚਾਵਲ ਹੋਣ ਜਿਹੜੇ ਮਹਿੰਗੇ ਹੋਣ ਬਾਸਮਤੀ ਦੇ। ਇਹ ਨਹੀਂ ਚਾਵਲ ਮੋਟੇ ਜੇ ਲਿਆ ਕੇ ਮੇਰੇ ਮੱਥੇ ਮਾਰੇ। ਕਹਿੰਦਾ ਬਰੀਕ ਚਾਵਲ ਜਦੋਂ ਬਣਾਵੇਂ ਤੇ ਸੁਗੰਧੀ ਗੁਆਂਢੀਆਂ ਦੇ ਘਰ ਜਾਣੀ ਚਾਹੀਦੀ ਆ ਚੋਲਾਂ ਦੀ। ਇਹੋ ਜਿਹੇ ਬਾਸਮਤੀ ਦੇ ਚਾਵਲ ਜਿਹੜੇ ਵਧੀਆ ਬਰੀਕ, ਉਹ ਤਿਆਰ ਕਰਕੇ ਖਵਾਣੇ ਨੇ ਮੈਨੂੰ। ਨਹੀਂ ਤਾਂ ਸਿੱਖੀ ਤੇ ਖਾਰਜ ਕਰੋ। ਤੇ ਜੇ ਤੂੰ ਨਾ ਦੇ ਸਕਿਆ ਇਹ ਚੀਜ਼ਾਂ, ਮੈਂ ਤੈਨੂੰ ਸਿੱਖੀ ਤੋਂ ਖਾਰਜ ਕਰ ਦਿਆਂਗਾ, ਮੈਂ ਤੈਨੂੰ ਛੇਕ ਦਿਆਂਗਾ ਸਿੱਖੀ ਪੰਥ ਵਿੱਚੋਂ।
ਦੋਸ਼ ਅਨੇਕ ਤੋਏ ਪਰ ਤਰੋਂ। ਔਰ ਤੇਰੇ ਤੇ ਦੋਸ਼ ਲਾ ਦਿਆਂਗਾ ਵੀ ਇਹਨੇ ਆਹ ਦੋਸ਼ ਕੀਤਾ, ਇਹਨਾਂ ਆਹ ਪਾਪ ਹੈ, ਇਹਦਾ ਆਹ ਗੁਨਾਹ ਹੈ, ਤੈਨੂੰ ਦੋਸ਼ੀ ਸਾਬਤ ਕਰ ਦਿਆਂਗਾ। ਸੁਨ ਸਿੱਖਨ ਕਰ ਜੋਰ ਮਨਾਇਓ। ਸਿੱਖ ਨੇ ਹੱਥ ਜੋੜ ਕੇ ਮਿੰਨਤ ਤਰਲਾ ਕੀਤਾ, ਨਾ ਮਸੰਦ ਜੀ ਤੁਸੀਂ ਏਦਾਂ ਨਾ ਕਰੋ, ਨਾ ਜਾਓ, ਜਿਵੇਂ ਤੁਸੀਂ ਆਖਦੇ ਹੋ ਮੈਂ ਇਸੇ ਤਰ੍ਹਾਂ ਦਾ ਭੋਜਨ ਤਿਆਰ ਕਰਦਾ ਹਾਂ। ਨੱਥ ਵੇਚ ਸੋ ਸਗਲ ਬਨਾਇਓ। ਪਹਿਲਾਂ ਤਾਂ ਉਹ ਨੱਥ ਗਿਰਵੀ ਰੱਖੀ ਸੀ, ਹੁਣ ਵੇਚ ਕੇ ਆਇਆ। ਉਹ ਨੱਥ ਵੇਚ ਕੇ ਸਿੱਖ ਨੇ ਫਿਰ ਜਿਹੜੇ ਉਹਦੇ ਪੈਸੇ ਆਏ, ਜਿਵੇਂ ਮਸੰਦ ਨੇ ਕਿਹਾ ਸੀ, ਉਹਦੇ ਲਈ ਮਾਸ ਤਿਆਰ ਕੀਤਾ। ਫਿਰ ਕੜਾਹ ਪ੍ਰਸ਼ਾਦ, ਬਰੀਕ ਸੂਖਮ ਚਾਵਲ ਤਿਆਰ ਕੀਤੇ। ਖਾਇਓ ਬਾਰ ਬਦੂ ਸਹਿਤ ਮਸੰਦ। ਮਸੰਦ ਦੇ ਨਾਲ ਉਹਦੀ ਵੇਸ਼ਿਆ ਵੀ ਕੋਲ ਨਾਲ ਬੈਠੀ ਸੀ, ਉਹਦੇ ਸਮੇਤ ਬਹਿ ਕੇ ਇਹਨੇ ਉਹ ਜਿਹੜਾ ਭੋਜਨ ਤਿਆਰ ਹੋਇਆ ਖਾਧਾ, ਵਿਸ਼ਈ ਬਣ ਕੇ ਖਾਧਾ। ਤਉ ਤਾੜ ਨਾ ਕਰਤ ਬਿਲੰਦ। ਨਾਲੇ ਖਾਈ ਜਾਂਦਾ, ਨਾਲੇ ਸਿੱਖ ਨੂੰ ਘੂਰੀ ਜਾਂਦਾ। ਕਹਿੰਦਾ ਵੀ ਨਹੀਂ, ਵਿੱਚ ਮਸਾਲਾ ਨਹੀਂ ਸਹੀ ਪਾਇਆ ਤੂੰ, ਹਾਲੇ ਵੀ ਬਣੀ ਨਹੀਂ ਗੱਲ। ਆਹ ਵਿੱਚ ਤੂੰ ਚੰਗੀ ਤਰ੍ਹਾਂ ਚਾਵਲ ਸਹੀ ਨਹੀਂ ਬਣਾਏ ਜਿਹੋ ਜੇ ਮੈਂ ਚਾਹੁੰਦਾ ਸੀ। ਨਾਲੇ ਖਾਈ ਜਾ, ਉਹਦੇ ਤੇ ਆਪਣਾ ਹੁਕਮ ਚਲਾਉਂਦਾ। ਕਹਿਤ ਪਇਓ ਅਬ ਦਿਓ ਵਿਦਾਈ। ਖਾ ਪੀ ਕੇ ਰੋਟੀ ਤੇ ਕਹਿੰਦਾ ਹੁਣ ਵਿਦਾਇਗੀ ਦੇ ਮੈਨੂੰ। ਵਿਦਾਇਗੀ ਦਾ ਮਤਲਬ ਵੀ ਦਾਨ ਦਕਸ਼ਣਾ ਦੇ। ਹੁਣ ਕਹਿਣ ਲੱਗਾ ਵੀ ਹੁਣ ਮੈਨੂੰ ਲਿਆ ਕੇ ਵਿਦਾਇਗੀ ਭੇਟ ਕਰ। ਗੁਰੂ ਨਿਕਟ ਜੋ ਲੈ ਕਰ ਜਾਈ। ਹਾਂ, ਜਿਹੜੀ ਵਿਦਾਇਗੀ ਹੁਣ ਤੂੰ ਦੇਂਗਾ ਉਹ ਮੈਂ ਗੁਰੂ ਜੀ ਦੇ ਕੋਲ ਲੈ ਕੇ ਜਾਣੀ ਆ। ਹੁਣ ਦੱਸ ਗੁਰੂ ਜੀ ਵਾਸਤੇ ਕੀ ਭੇਜੇਗਾ। ਸਿੱਖ ਸੁਚਿੰਤ ਸੁਨ ਕੇ ਅਤੀ ਹੋਵਾ। ਉਹਨੇ ਆਖਿਆ ਮਹਾਰਾਜ ਜੋ ਵਿਦਾਇਗੀ ਦੇਣੀ ਸੀ ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ 1 ਰੁਪਈਆ ਦੇ ਚੁੱਕਾ ਹਾਂ। ਬੜਾ ਚਿੰਤਾ ਤੁਰ ਹੋਇਆ ਵੀ ਜੇ ਹੁਣ ਵਿਦਾਇਗੀ ਨੂੰ ਮੈਂ ਨਾ ਕੀਤੀ, ਇਹਨੇ ਫਿਰ ਕੁਝ ਨਾ ਕੁਝ ਕੰਮ ਕਰ ਦੇਣਾ, ਫਿਰ ਗੁੱਸੇ ਹੋਵੇਗਾ ਮੇਰੇ ਤੇ, ਕਿਤੇ ਗੁਰੂ ਦੀ। ਇਹ ਵੇਖੋ ਸ਼ਰਧਾਲੂ ਸਿੱਖ ਵੀ ਕਿਤੇ ਮੇਰੇ ਤੇ ਗੁਰੂ ਦੀ ਕਰੋਪੀ ਨਾ ਹੋ ਜਾਏ। ਤੋ ਇਸ ਪ੍ਰਕਾਰ ਦੇ ਨਾਲ ਉਹ ਸੁਣ ਕੇ ਫਿਰ ਬੜਾ ਫਿਕਰਮੰਦ ਹੋਇਆ ਵੀ ਵਿਦਾਇਗੀ ਵੀ ਕਿਹੜਾ ਇਹਨੇ 1 ਰੁਪਈਆ ਲੈ ਕੇ ਟੁਰ ਜਾਣਾ। ਜਿਹੜਾ ਪਹਿਲਾਂ ਦਰਸ਼ਨ ਕਰਨ ਵੇਲੇ 1 ਰੁਪਈਆ ਦੇ ਕੇ ਜਦੋਂ ਦਰਸ਼ਨ ਕੀਤੇ ਉਦੋਂ ਕਹਿੰਦਾ ਸੀ 5 ਰੁਪਈਏ ਦਿਓ, ਤੇ ਵਿਦਾਇਗੀ ਵੇਲੇ ਪਤਾ ਨਹੀਂ ਕੀ ਮੰਗੇ। ਸਿੱਖ ਦੇ ਮਨ 'ਚ ਬੜੀ ਚਿੰਤਾ ਹੋਈ। ਦੇਨ ਏਤ ਕੁਛ ਘਰ ਨੈ ਜੋਆ। ਦੇਣ ਵਾਸਤੇ ਘਰ ਵਿੱਚ ਕੁਝ ਵੀ ਨਹੀਂ ਸੀ। ਤਬ ਲਹਿੰਗਾ ਤ੍ਰਿਆ ਕੋ ਲੈ ਗਇਓ। ਇਹਦੀ ਘਰਵਾਲੀ ਦਾ ਕੋਈ ਬਣਿਆ ਕੀਮਤੀ ਲਹਿੰਗਾ ਸੀ, ਉਹ ਲੈ ਕੇ ਗਿਆ। ਏਕ ਰਜਤ ਪਣ ਆਨਤ ਪਇਓ। ਉਹਦਾ ਜਾ ਕੇ ਵੇਚ ਕੇ ਉਹਦੇ ਕੋਲੋਂ 1 ਰੁਪਈਆ ਜਿਹੜਾ ਉਹਨੂੰ ਗਹਿਣੇ ਰੱਖ ਕੇ ਲਿਆਂਦਾ। ਮਤ ਸੁਰਾ ਕਰ ਦੇਨ ਜੋ ਲਾਗਿਓ। ਸ਼ਰਾਬੀ ਮਸੰਦ ਨੂੰ ਜਦੋਂ ਲਿਆ ਕੇ ਸਿੱਖ ਨੇ ਉਹ ਰੁਪਈਆ ਦੇਣ ਲੱਗਾ, ਦੇਣ ਲੱਗਾ, ਦੇਖਤ ਕ੍ਰੋਧ ਮੂੜ ਕੇ ਜਾਗਿਓ। ਮੂਰਖ ਦੇ ਮਨ 'ਚ ਕ੍ਰੋਧ ਜਾਗਿਆ ਸਿੱਖ ਦੇ ਹੱਥ 'ਚ ਰੁਪਈਆ ਵੇਖ ਕੇ। ਸਿੱਖ ਪਰਿਓ ਪਾਇਨ ਪਰ ਜਬੈ। ਸਿੱਖ ਪੈਰਾਂ ਤੇ ਪੈ ਗਿਆ, ਡਿੱਗ ਪਿਆ ਇਹਦੇ ਪੈਰਾਂ ਦੇ ਉੱਤੇ, ਰੋ ਕੇ ਘਗਿਆ ਕੇ ਬੇਨਤੀਆਂ ਕਰਨ ਲੱਗਾ। ਲਾਤ ਪ੍ਰਹਾਰ ਕਰਤ ਪਾਤਬੇ। ਉਹ ਪੈਰਾਂ ਤੇ ਡਿੱਗਿਆ ਹੋਇਆ, ਇਹ ਪੈਰ ਦੇ ਨਾਲ ਠੁੱਡੇ ਮਾਰਦਾ ਉਹਨੂੰ, ਸਿੱਖ ਨੂੰ। ਉਹਨੂੰ ਲੱਤ ਦੇ ਨਾਲ ਜ਼ੋਰ ਨਾਲ ਠੁੱਡਾ ਮਾਰ ਕੇ ਪ੍ਰਹਾਰ ਕਰਦਾ। ਤਿਕ ਤਿਕ ਤੈ ਇਮ ਜਨਮ ਗਵਾਇਓ। ਨਾਲੇ ਕਹਿੰਦਾ ਧਿਕ ਹੈ ਤੇਰੇ ਤੇ ਤਰਕਾਰ ਹੈ, ਤੂੰ ਆਪਣਾ ਜਨਮ ਹੀ ਗਵਾ ਲਿਆ। ਗੁਰ ਕੀ ਕਾਰ ਕਹਾਂ ਇਕ ਲਿਆਇਓ। ਆ ਗੁਰੂ ਦੀ ਕਾਰ ਵਿੱਚ ਆ 1 ਰੁਪਈਆ ਲੈ ਕੇ ਆਇਆ, ਤੈਨੂੰ ਸ਼ਰਮ ਨਹੀਂ ਆਈ। ਲਿਓ ਰਜਤ ਪਣ ਨਪਰ ਉਠਾਏ। ਨਾਲੇ ਉਹ ਰੁਪਈਆ ਇਹਦੇ ਨਾਲ ਜਿਹੜਾ ਨੌਕਰ ਆਇਆ ਸੀ ਉਹਨੂੰ ਚੁੱਕ ਵੀ ਲਿਆ, ਨਾਲੇ ਸਿੱਖ ਨੂੰ ਘੂਰ ਘੱਪੀ ਵੀ ਕੀਤੀ, ਠੁੱਡੇ ਵੱਖਰੇ ਮਾਰੇ, ਬੇਇੱਜ਼ਤੀ ਉਸ ਸਿੱਖ ਦੀ ਵੱਖਰੀ ਕੀਤੀ। ਕਾਰ ਨਿਕਾਰਤ ਸਿੱਖ ਕੋ ਜਾਏ। ਨਾਲੇ ਘਰੋਂ ਜਾ ਰਿਹਾ, ਨਾਲੇ ਉਹ ਸਿੱਖ ਨੂੰ ਗਾਲਾਂ ਕੱਢਦਿਆਂ ਜਾ ਰਿਹਾ। ਰਿਓ ਬਿਸੂਰਤ ਸਿੱਖ ਦੁੱਖ ਭਰਿਓ। ਸਿੱਖ ਬੜਾ ਝੂਰਦਾ ਰਿਹਾ ਵੀ ਮੈਂ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਸੇਵਾ ਕੀਤੀ, ਖੁਸ਼ੀ ਫਿਰ ਨਹੀਂ ਮਿਲੀ। ਜਾਂਦਿਆਂ ਫਿਰ ਮਸੰਦ ਗੁੱਸੇ ਹੋ ਕੇ ਗਿਆ, ਗਾਲਾਂ ਕੱਢ ਕੇ ਗਿਆ, ਨਾਦਰ ਕਰਕੇ ਗਿਆ। ਕਰ ਕਰ ਸਵਾਂਗ ਭਾਂਡ ਪਿਖਰਾਵੇ। ਇਦਾਂ ਦਾ ਇਹ ਸਵਾਂਗ ਕਰ ਕਰਕੇ ਉਹ ਭੰਡ ਵਿਖਾ ਰਹੇ ਨੇ, ਕਿਉਂਕਿ ਜਦੋਂ ਨਾਟਕ ਹੁੰਦਾ, ਨਾਟਕ ਫਿਰ ਵਧਾ ਚੜਾ ਕੇ ਵੀ ਪੇਸ਼ ਹੁੰਦਾ ਹੈ। ਤੋ ਮਹਾਰਾਜ ਜੀ ਨੂੰ ਉਹ ਜਿਹੜਾ ਨਾਟਕ ਵਿਖਾ ਰਹੇ ਨੇ ਮਸੰਦ, ਕਰਤੂਤਾਂ ਇਹੋ ਜਿਹੀਆਂ ਹੀ ਸਨ।
ਥੋੜਾ ਬਹੁਤਾ ਵਾਧਾ ਕਰਕੇ ਵਿਖਾ ਦਿੱਤਾ ਹੋਣਾ ਭੰਡਾਂ ਨੇ, ਪਰ ਅਸਲੀਅਤ ਇਹੀ ਸੀ ਕਿ ਮਸੰਦ ਆਹੀ ਕੁਝ ਹੀ ਕਰਨ ਲੱਗ ਪਏ ਸਨ। ਇਹੀ ਕਰਤੂਤਾਂ ਇਹਨਾਂ ਮਸੰਦਾਂ ਦੀਆਂ ਬਣ ਚੁੱਕੀਆਂ ਸਨ। ਤੇ ਕਹਿੰਦੇ ਉਸ ਵਕਤ ਉਹ ਭੰਡ ਐਨ ਪੂਰੀ ਐਕਟਿੰਗ ਕਰ ਕਰਕੇ ਵੀ ਮਾਨੋ ਪੂਰਾ ਵਿੱਚ ਖੁੱਭ ਕੇ ਉਹਨਾਂ ਕਰੈਕਟਰਾਂ ਦੇ ਵਿੱਚ, ਜਿਹੜਾ ਮਸੰਦ ਦੇ ਕਰੈਕਟਰ ਵਿੱਚ ਬਣਿਆ ਹੋਇਆ, ਜਿਹੜਾ ਸਿੱਖ ਦਾ ਕਰੈਕਟਰ ਕਰ ਰਿਹਾ, ਐਨ ਉਹਦੇ ਵਿੱਚ ਖੁੱਭ ਕੇ ਪੂਰੇ ਹਾਵ ਭਾਵ ਕਰਕੇ ਮਹਾਰਾਜ ਜੀ ਨੂੰ ਵਿਖਾ ਰਹੇ ਨੇ। ਕਿਰਿਆ ਵੇਖ ਸਗਰੀ ਦਿਖ ਰਾਵੇ, ਸਾਰੀ ਕਿਰਿਆ ਵੇਖ, ਕੀ ਕਰਦੇ ਨੇ, ਕਿਵੇਂ ਬੋਲਦੇ ਨੇ, ਕੀ ਗੱਲਾਂ ਕਰਦੇ ਨੇ, ਕਿੱਦਾਂ ਦਾ ਉਹਨਾਂ ਦਾ ਆਚਰਣ ਹੈ ਮਸੰਦਾਂ ਦਾ, ਸਿੱਖਾਂ ਨਾਲ ਕਿਵੇਂ ਪੇਸ਼ ਆਉਂਦੇ ਨੇ, ਉਹ ਕਰ ਕਰਕੇ ਨਕਲਾਂ ਭੰਡ ਵਿਖਾਉਂਦੇ ਹਨ। ਚਲੇ ਗਰਭ ਤੇ ਗਾਰ ਨਿਕਾਰਤ, ਉਸ ਸਿੱਖ ਦੇ ਘਰੋਂ ਨਿਕਲਦਾ ਜਾ ਰਿਹਾ ਮਸੰਦ, ਨਾਲੇ ਗਾਲਾਂ ਕੱਢਦਾ ਜਾ ਰਿਹਾ। ਏਕ ਭਾਂਡ ਸਿੱਖ ਬਨ ਹੋਵੇ ਆਰਤ, ਤੇ ਸਾਹਮਣੇ ਇੱਕ ਭੰਡ ਨੇ ਸਿੱਖ ਦਾ ਰੂਪ ਬਣਾਇਆ ਹੋਇਆ, ਉਹ ਬੜਾ ਦੁਖੀ ਹੋ ਰਿਹਾ, ਵਿਆਕੁਲ ਹੋ ਰਿਹਾ, ਉਹਦੀਆਂ ਅੱਖਾਂ ਭਰੀਆਂ ਹੋਈਆਂ ਨੇ, ਰੋ ਰਿਹਾ, ਬੇਬਲ ਹੋ ਰਿਹਾ, ਮਸੰਦ ਅੱਗੇ ਮਿੰਨਤਾਂ ਕਰ ਰਿਹਾ। ਗੁਰ ਸਮੇਤ ਪਿਖ ਸਭਾ ਅਚੰਬਾ, ਸਤਿਗੁਰੂ ਜੀ ਦੇ ਸਮੇਤ ਸਾਰੀ ਸਭਾ ਨੇ ਨਾਟਕ ਵੇਖਿਆ, ਚੰਬਤ ਹੋ ਗਏ ਸਾਰੇ। ਮਸੰਦ ਏਦਾਂ ਕਰਦੇ ਨੇ, ਮਸੰਦਾਂ ਦੀਆਂ ਆਹ ਕਰਤੂਤਾਂ ਨੇ, ਇੰਨੇ ਨਿੱਗਰ ਚੁੱਕੇ ਨੇ ਮਸੰਦ। ਸਾਰੇ ਸਿੱਖ ਮਹਾਰਾਜ ਜੀ ਦੇ ਸਮੇਤ ਵੇਖ ਕੇ ਉਹਨਾਂ ਭੰਡਾਂ ਵੱਲੋਂ ਰਚੀਆਂ ਗਈਆਂ ਨਕਲਾਂ ਤੇ ਸਵਾਂਗ ਵੇਖ ਕੇ ਮਸੰਦਾਂ ਦਾ ਸਭ ਹੈਰਾਨ ਹੋ ਰਹੇ ਨੇ। ਕਰਤ ਮਸੰਦ ਇਤਕ ਵੱਡ ਦੰਬਾ, ਕਹਿੰਦੇ ਮਸੰਦ ਏਡਾ ਵੱਡਾ ਦੰਭ ਕਰਦੇ ਨੇ, ਇੰਨਾ ਵੱਡਾ ਪਖੰਡ ਕਰਦੇ ਹਨ। ਸੁਨ ਸਿੱਖਨ ਕੋ ਦੁਖ ਤਿਸ ਕਾਲਾ, ਮਹਾਰਾਜ ਜੀ ਨੇ ਵੇਖਿਆ ਸੁਣਿਆ ਕਿ ਸਿੱਖ ਸਾਡੇ ਇਸ ਤਰ੍ਹਾਂ ਦੁਖੀ ਹੁੰਦੇ ਨੇ। ਸਿੱਖਾਂ ਦਾ ਇਹ ਵੱਡਾ ਭਾਰੀ ਦੁੱਖ ਮੇਰੇ ਪਾਤਸ਼ਾਹ ਨੇ ਸੁਣਿਆ। ਕਲਗੀ ਧਰ ਔਰ ਕ੍ਰੋਧ ਬਿਸਾਲਾ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀਰ ਰਸ ਜਾਗਿਆ ਵੇਖ ਕੇ। ਗੁਰਦੇਵ ਦੇ ਮਾਨੋ ਜਿਵੇਂ ਡੌਲੇ ਫਰਕਣ ਲੱਗੇ, ਭੌਹਾਂ ਚੜ ਗਈਆਂ ਮਹਾਰਾਜ ਦਸ਼ਮੇਸ਼ ਪਾਤਸ਼ਾਹ ਦੀਆਂ ਕਿ ਖੋਟੇ ਮਸੰਦ ਸਾਡੇ ਸਿੱਖਾਂ ਨੂੰ ਏਦਾਂ ਤੰਗ ਕਰਦੇ ਨੇ। ਏਦਾਂ ਦੀਆਂ ਕਰਤੂਤਾਂ ਨੇ ਨਾ ਮਸੰਦਾਂ ਦੀਆਂ। ਇਹਨਾਂ ਦੀਆਂ ਡਿਊਟੀਆਂ ਸਨ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ, ਗੁਰ ਸਿੱਖਾਂ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਉਣਾ, ਤੇ ਮਸੰਦ ਆਹ ਕੁਝ ਕਰ ਰਹੇ ਨੇ। ਇਹਨਾਂ ਦੀਆਂ ਆਹ ਖੋਟੀਆਂ ਕਰਤੂਤਾਂ, ਸ਼ਰਾਬਾਂ ਪੀਣੀਆਂ, ਵੇਸ਼ਿਆ ਗੰਮੀ ਕਰਨੀ, ਫਿਰ ਮਾਸ ਦਾ ਸੇਵਨ ਕਰਨਾ, ਭੈੜੀਆਂ ਕੁਰੀਤੀਆਂ ਦੇ ਵਿੱਚ ਪ੍ਰਚਲਿਤ ਪ੍ਰਵਿਰਤ ਹੋਣਾ, ਇਹ ਮਸੰਦਾਂ ਦੀਆਂ ਖੋਟੀਆਂ ਬਿਰਤੀਆਂ ਮਹਾਰਾਜ ਜੀ ਵੇਖ ਕੇ ਵੀਰ ਰਸ ਵਿੱਚ ਆਏ। ਰਕਤ ਨੇਤਰ ਕਰ ਹੁਕਮ ਬਖਾਨਾ, ਗੁਰਦੇਵ ਦੇ ਨੇਤਰ ਲਾਲ ਹੋ ਗਏ। ਹੁਕਮ ਕੀਤਾ ਕਲਗੀਧਰ ਜੀ ਨੇ ਗਰਜਵੀਂ ਆਵਾਜ਼ ਵਿੱਚ, ਵੀਰ ਰਸ ਵਿੱਚ ਆ ਕੇ ਮੇਰੇ ਪਾਤਸ਼ਾਹ ਆਪਣਿਆਂ ਸਿੱਖਾਂ ਦਾ ਦੁੱਖ ਨਹੀਂ ਵੇਖ ਸਕਦੇ। ਗੁਰੂ ਖਾਲਸਾ ਜੀ ਆਪਣਿਆਂ ਸਿੱਖਾਂ ਦੀ ਇਹੋ ਜਿਹੀ ਦੁੱਖ ਭਰੀ ਦਸ਼ਾ ਨਹੀਂ ਮਹਾਰਾਜ ਜੀ ਤੱਕ ਸਕਦੇ। ਸਿੱਖਾਂ ਨੂੰ ਵੇਖ ਕੇ ਤਾਂ ਮਹਾਰਾਜ ਰਜੋਈਆਂ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮਹਾਰਾਜ ਇਹ ਮੇਰਾ ਪਰਿਵਾਰ ਹੈ, ਸੁੱਖ ਨਾਲ ਵਸੇ। ਇਹ ਮੇਰੇ ਸੇਵਕ ਸਿੱਖ ਮਹਾਰਾਜ ਆਪ ਜੀ ਦੇ ਹਨ ਕਰਤਾਰ ਜੀ, ਇਹ ਸੁੱਖ ਨਾਲ ਵਸਣ। ਤੇ ਜਦੋਂ ਸਿੱਖਾਂ ਦੀ ਇਹ ਤਕਲੀਫ ਮਹਾਰਾਜ ਜੀ ਨੇ ਜਾਣੀ, ਵੀਰ ਰਸ ਵਿੱਚ ਆ ਕੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਕਹੋ ਮਸੰਦਨ ਜੋ ਜਿਸ ਥਾਨਾ, ਆਖਿਆ ਜਿਹੜਾ ਮਸੰਦ ਜਿਸ ਥਾਂ ਤੇ ਮਿਲੇ ਫੜ ਕੇ ਬੰਨ ਲਓ, ਔਰ ਬੰਨ ਕੇ ਲਿਆ ਕੇ ਉਹ ਮਸੰਦ ਸਾਡੇ ਕੋਲ ਪੇਸ਼ ਕਰੋ ਆਨੰਦਪੁਰ ਸਾਹਿਬ। ਪੂਰੇ ਦੇਸ਼ ਵਿੱਚ ਜਿੱਥੇ ਜਿੱਥੇ ਵੀ ਮਸੰਦ ਨੇ, ਮਸੰਦ ਮਿਲਦੇ ਨੇ, ਹੁਕਮਨਾਮੇ ਭੇਜ ਦਿੱਤੇ, ਸਿਪਾਹੀ ਭੇਜ ਦਿੱਤੇ, ਸਿੱਖ ਭੇਜ ਦਿੱਤੇ। ਜਿੱਥੇ ਜਿੱਥੇ ਵੀ ਮਸੰਦ ਮਿਲਣ, ਉਹਨਾਂ ਮਸੰਦਾਂ ਨੂੰ ਬੰਨ ਕੇ ਸਾਡੇ ਕੋਲ ਲਿਆ ਕੇ ਪੇਸ਼ ਕਰੋ। ਮੁਸ਼ਕਾਂ ਦੇ ਦੇ ਆਨੋ ਜਾਏ, ਮੁਸ਼ਕਾਂ ਬੰਨ ਕੇ ਉਹਨਾਂ ਮਸੰਦਾਂ ਦੀਆਂ ਪਿਛਲੇ ਪਾਸੇ ਲਿਆ ਕੇ ਸਾਡੇ ਕੋਲ ਹਾਜ਼ਰ ਕਰੋ, ਉਹਨਾਂ ਨੂੰ ਸਜ਼ਾ ਦੇਈਏ। ਬੰਦ ਕੈਦ ਮੈਂ ਦਿਓ ਸਜ਼ਾਏ, ਮਸੰਦਾਂ ਨੂੰ ਬੰਨ ਕੇ ਕੈਦ 'ਚ ਸੁੱਟ ਕੇ ਜਿਹੋ ਜੀ ਕਿਸੇ ਦੀ ਕਰਤੂਤ ਹੈ, ਜਿਹੋ ਜੀ ਕਿਸੇ ਦੀ ਕਰਨੀ ਹੈ, ਉਦਾਂ ਦਾ ਫਲ ਉਹਨੂੰ ਭੁਗਤਾਓ। ਪ੍ਰਾਨ ਸਮਾਨ ਸਿੱਖ ਮਮ ਪਿਆਰੇ, ਆਹਾ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਮੈਨੂੰ ਮੇਰੇ ਪ੍ਰਾਣਾਂ ਤੋਂ ਪਿਆਰੇ ਨੇ।
ਇਹ ਮੇਰੇ ਸਿੱਖ ਮੈਨੂੰ ਮੇਰੀ ਜਿੰਦ ਤੋਂ ਮੇਰੇ ਪ੍ਰਾਣਾਂ ਤੋਂ ਪਿਆਰੇ ਹਨ। ਇਤੋ ਕਸ਼ਟ ਦੀਨ ਹਤਿਆਰੇ। ਇਹਨਾਂ ਗੁਰੂ ਮਾਰਿਆਂ ਧਿਆਰਿਆਂ ਮਸੰਦਾਂ ਨੇ ਮੇਰਿਆਂ ਸਿੱਖਾਂ ਨੂੰ ਇੰਨੇ ਦੁੱਖ ਦਿੱਤੇ ਐ, ਇੰਨਾ ਕਸ਼ਟ ਦਿੱਤਾ ਮੇਰਿਆਂ ਸਿੱਖਾਂ ਨੂੰ ਇਹਨਾਂ ਮਸੰਦਾਂ ਨੇ। ਤਉ ਧਨ ਸਿੱਖ ਆਹਾ ਸਿੱਖੀ ਰਾਖੇ। ਸੈ ਸੰਕਟ ਗੁਰ ਸ਼ਰਨ ਸੋ ਕਾਂਕੇ। ਫਿਰ ਵੀ ਮੇਰੇ ਸਿੱਖ ਧਨ ਹਨ, ਧਨ ਹਨ ਮੇਰੇ ਸਿੱਖ, ਜਿਨ੍ਹਾਂ ਨੇ ਨਾ ਮਸੰਦਾਂ ਦੀਆਂ ਇੰਨੀਆਂ ਵਧੀਕੀਆਂ ਝੱਲ ਕੇ, ਸੰਕਟ ਝੱਲ ਕੇ ਫਿਰ ਵੀ ਆਪਣੀ ਸਿੱਖੀ ਨੂੰ ਨਿਭਾਇਆ। ਮੇਰੇ ਇਹੋ ਜਿਹੇ ਸਿੱਖ ਧਨ ਹਨ। ਪਾਤਸ਼ਾਹ ਆਪਣੇ ਸਿੱਖਾਂ ਨੂੰ ਧਨ ਕਹਿ ਕੇ ਸਲਾਹ ਰਹੇ ਨੇ। ਨਾਲੇ ਗੁਰੂ ਖਾਲਸਾ ਜੀ ਸਤਿਗੁਰੂ ਜੀ ਦੇ ਸਿੱਖ ਹੈ ਨਹੀਂ ਧਨ, ਗੁਰੂ ਵੀ ਧਨ ਤੇ ਗੁਰੂ ਦੇ ਸਿੱਖ ਵੀ ਧਨ ਹਨ। ਧਨ ਧਨ ਸਤਿਗੁਰੂ ਜੀ ਹਨ ਤੇ ਧਨ ਧਨ ਗੁਰੂ ਕੇ ਸਿੱਖ ਹਨ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧਨ ਨੇ ਮੇਰੇ ਸਿੱਖ, ਜਿਨ੍ਹਾਂ ਨੇ ਏਡੇ ਵੱਡੇ ਸੰਕਟ ਸਰੀਰ ਤੇ ਸਹਿਨ ਕਰਕੇ ਵੀ ਗੁਰੂ ਦੇ ਦਰਸ਼ਨਾਂ ਦੀ ਕਾਂਖਾ ਰੱਖੀ, ਗੁਰੂ ਕੀ ਸਿੱਖੀ ਨਹੀਂ ਛੱਡੀ, ਨਹੀਂ ਤਿਆਗੀ। ਖੋਟੇ ਕਰਮ ਕਰਤ ਨਿਤ ਰਹੇ। ਇਹ ਮਸੰਦ ਖੋਟੇ ਕਰਮ ਨਿਤ ਕਰਦੇ ਰਹੇ ਨੇ। ਅਬ ਲੋ ਨੈ ਕੁਚਾਲ ਇਨ ਲਏ। ਹਾਲੇ ਤੱਕ ਇਹਨਾਂ ਦੀ ਕੀਤੀ ਕਰਨੀ ਦਾ ਫਲ ਇਹਨਾਂ ਮਸੰਦਾਂ ਨੂੰ ਨਹੀਂ ਮਿਲਿਆ, ਹੁਣ ਦੇਵਾਂਗੇ ਅਸੀਂ। ਚੌ ਦਿਸ਼ਨ ਮੈਂ ਲਿਖੇ ਪਠਾਏ। ਗੁਰਦੇਵ ਨੇ ਹੁਕਮਨਾਮੇ ਭੇਜ ਦਿੱਤੇ ਸਿੱਖਾਂ ਵਿੱਚ, ਜਿੱਥੇ ਮਸੰਦ ਜਿਹੜਾ ਟੱਕਰੇ ਘਰ ਆਵੇ ਉਹਨੂੰ ਆਖੋ ਚਲੋ ਜੀ ਸਿਰੇ ਪਾਓ ਦੇਣਾ। ਜਿੰਨੇ ਮਸੰਦ ਟੱਕਰਨ ਸਭ ਨੂੰ ਕਹੋ ਸਿਰੇ ਪਾਓ ਦੇਣੇ। ਜਿਵੇਂ ਦੇਹਰਾਦੂਨ ਦਿੱਤੇ ਸੀ ਨਾ ਸਿਰੇ ਪਾਓ ਸੰਗਤ ਜੀ ਮਸੰਦਾਂ ਨੂੰ, ਉਦਾਂ ਦੇ ਸਿਰੇ ਪਾਓ ਦੇਣੇ ਆ। ਇਹਨਾਂ ਮਸੰਦਾਂ ਨੂੰ ਫੜ ਕੇ ਮੁਸ਼ਕਾਂ ਬੰਨ੍ਹ ਲੈਣੀਆਂ ਇਹਨਾਂ ਦੀਆਂ, ਔਰ ਇਹਨਾਂ ਨੂੰ ਸਜ਼ਾ ਦੇਣੀਆਂ, ਫੜ ਕੇ ਬੰਨ੍ਹ ਕੇ ਕੈਦ ਕਰ ਲੈਣੇ ਨੇ ਮਸੰਦ। ਦੂਰ ਦੂਰ ਤੇ ਗਹਿ ਗਹਿ ਲਿਆਏ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਹੋਈ। ਜਿੱਥੋਂ ਜਿਹੜਾ ਕੋਈ ਮਸੰਦ ਟੱਕਰੇ ਸਿੱਖ ਫੜ ਕੇ ਉਹਨੂੰ ਕੈਦ ਕਰ ਲਿਆ ਕਰਨ, ਬੰਨ ਕੇ ਉਹਦੀਆਂ ਬਾਹਾਂ ਮੁਸ਼ਕਾਂ ਲਿਆ ਕੇ ਸਤਿਗੁਰਾਂ ਕੋਲ ਪੇਸ਼ ਕਰਨ ਲੱਗੇ। ਬੰਦ ਬੰਦ ਕਰ ਬ੍ਰਿੰਦ ਮਸੰਦਨ। ਬੰਨ ਬੰਨ ਕੇ ਲਿਆ ਕੇ ਮਸੰਦਾਂ ਨੂੰ ਮਹਾਰਾਜ ਜੀ ਕੋਲ ਭੇਜਦੇ ਹਨ। ਦੁੱਖ ਬਿਲੰਦ ਦੇ ਕਰੇ ਨਿਕੰਦਨ। ਕਈ ਮਸੰਦਾਂ ਨੂੰ ਤਾੜਨਾਵਾਂ ਹੋਈਆਂ, ਮਸੰਦਾਂ ਨੂੰ ਸਜ਼ਾਵਾਂ ਮਿਲੀਆਂ, ਖੋਟੇ ਮਸੰਦਾਂ ਨੂੰ ਆਪਣੀਆਂ ਕਰਤੂਤਾਂ ਦਾ ਫਲ ਭੁਗਤਣਾ ਪਿਆ। ਪਰ ਇਹਨਾਂ ਮਸੰਦਾਂ ਦੇ ਵਿੱਚੋਂ ਭਾਈ ਫੇਰੂ ਸਾਹਿਬ ਵਰਗੇ ਮਸੰਦ ਵੀ ਹਨ, ਭਾਈ ਬਖਤਮਲ ਜੀ ਵਰਗੇ ਵੀ ਹਨ, ਜਿਹੜੇ ਸਹੀ ਦਿਸ਼ਾ ਵਿੱਚ ਚੱਲਣ ਵਾਲੇ, ਅਸਲ ਵਿੱਚ ਗੁਰੂ ਘਰ ਦਾ ਪ੍ਰਚਾਰ ਕਰਨ ਵਾਲੇ ਸਨ। ਐਸਾ ਨਹੀਂ ਕਿ ਜੇ ਮਸੰਦ ਭ੍ਰਿਸ਼ਟੇ ਨੇ ਤੇ ਸਾਰੇ ਮਸੰਦ ਭ੍ਰਿਸ਼ਟ ਗਏ। ਉਹਨਾਂ ਚੋਂ ਸਹੀ ਮਸੰਦ ਵੀ ਸਨ। ਭਾਈ ਫੇਰੂ ਸਾਹਿਬ ਜੀ ਵਰਗੇ, ਜਿਹਨੂੰ ਮਹਾਰਾਜ ਜੀ ਨੇ ਸੱਚੀ ਦਾੜੀ ਦਾ ਮਾਣ ਦਿੱਤਾ, ਭਾਈ ਫੇਰੂ ਸਾਹਿਬ ਨੂੰ 6 ਬਖਸ਼ਿਸ਼ਾਂ ਨੇ ਉਦਾਸੀ ਮਹਾਂਪੁਰਸ਼ਾਂ ਦੀਆਂ। ਉਸ ਉਦਾਸੀਨ ਸੰਪਰਦਾ ਵਿੱਚੋਂ ਇੱਕ ਬਖਸ਼ਿਸ਼ ਸੰਗਤ ਸਾਹਿਬ ਦੀ, ਉਹ ਭਾਈ ਫੇਰੂ ਸਾਹਿਬ ਤੋਂ ਚੱਲੀ ਹੈ। ਭਾਈ ਫੇਰੂ ਸਾਹਿਬ 7ਵੇਂ ਪਾਤਸ਼ਾਹ ਦੇ ਵੇਲੇ ਗੁਰੂ ਘਰ ਦੇ ਸਿੱਖ, ਇਹਨਾਂ ਦਾ ਪਹਿਲਾ ਨਾਮ ਭਾਈ ਸੰਗਤ ਸਾਹਿਬ ਸੀ ਤੇ ਫੇਰੀ ਦਾ ਕੰਮ ਕਰਦੇ ਸੀ। ਫੇਰੀ ਦਾ ਕੰਮ ਕਰਕੇ ਪਰਚੂਨ ਦਾ ਸਮਾਨ ਵੇਚਣਾ, ਫੇਰੀ ਲਾ ਕੇ, ਤੇ ਮਹਾਰਾਜ ਜੀ ਨੇ 7ਵੇਂ ਪਾਤਸ਼ਾਹ ਆਖਿਆ ਇਹ ਤਾਂ ਭਾਈ ਫੇਰੂ ਹੈ। ਉੱਥੋਂ ਇਹਨਾਂ ਦਾ ਨਾਮ ਭਾਈ ਫੇਰੂ ਕਰਕੇ ਪ੍ਰਸਿੱਧ ਹੋਇਆ। ਪਰ ਗੁਰਦੇਵ ਨੇ ਸੰਗਤ ਸਾਹਿਬ ਦਾ ਖਿਤਾਬ ਇਹਨਾਂ ਨੂੰ ਦਿੱਤਾ। 6 ਬਖਸ਼ਿਸ਼ਾਂ ਜਿਹੜੀਆਂ ਗੁਰੂ ਪਾਤਸ਼ਾਹ ਜੀ ਦੀਆਂ ਹੋਈਆਂ, ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਸੰਗਤ ਸਾਹਿਬੀਆਂ ਦੀ, ਜੋ ਨੱਕੇ ਦੇ ਇਲਾਕੇ ਦੇ ਵਿੱਚ ਵਿਚਰਦੀ ਹੈ। ਉਹਨਾਂ ਨਕਈਆਂ ਦੇ ਨੱਕੇ ਦਾ ਇਲਾਕਾ, ਜਿੱਥੋਂ ਨਕਈਆਂ ਦੀ ਮਿਸਲ ਵੀ ਚੱਲੀ ਬਾਅਦ ਵਿੱਚ 12 ਮਿਸਲਾਂ ਚੋਂ, ਉੱਥੇ ਪ੍ਰਚਾਰ ਕਰਦੇ ਸਨ। ਤੋ ਭਾਈ ਸੰਗਤ ਸਾਹਿਬ ਜਿਹੜੇ, ਇਹ ਜਿਹੜੀ ਬਖਸ਼ਿਸ਼ ਹੈ, ਉਦਾਸੀਆਂ ਦੇ 2 ਅਖਾੜੇ ਨੇ, ਇੱਕ ਵੱਡਾ ਅਖਾੜਾ, ਇੱਕ ਛੋਟਾ ਅਖਾੜਾ ਹੈ। ਜਿਹੜਾ ਛੋਟਾ ਅਖਾੜਾ ਸੀ ਉਹ ਭਾਈ ਫੇਰੂ ਸਾਹਿਬ ਜੀ ਦੀ ਜਿਹੜੀ ਸੰਪਰਦਾ ਚਲਦੀ, ਬਖਸ਼ਿਸ਼ ਚਲਦੀ ਆ, ਉਹਦੇ ਵਿੱਚੋਂ ਉਦਾਸੀਆਂ ਦਾ ਛੋਟਾ ਅਖਾੜਾ, ਬੜਾ ਭਾਰੀ ਪ੍ਰਚਾਰ ਗੁਰਸਿੱਖੀ ਦਾ ਇਹਨਾਂ ਉਦਾਸੀ ਮਹਾਂਪੁਰਸ਼ਾਂ ਨੇ ਕੀਤਾ। ਭਾਈ ਫੇਰੂ ਸਾਹਿਬ ਜੀ ਦੇ ਉੱਤੇ ਜਿਵੇਂ ਕਲਗੀਧਰ ਜੀ ਬਖਸ਼ਿਸ਼ ਕਰ ਰਹੇ ਨੇ,
ਉਹਨਾਂ ਦੇ ਮੁਖ ਕਰਕੇ ਹੋਰ ਵੀ ਕਈ ਮਸੰਦ ਮੁਕਤ ਕੀਤੇ ਭਾਈ ਫੇਰੂ ਸਾਹਿਬ ਦੇ ਨਾਲ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ। ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ। ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ। ਜਾਂ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ।